ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਜਰ ਸਾਹਿਬ ਅੱਜ ਤੇ ਫਤਿਹ ਬਾਬਾ ਲੇਟ ਕਰਤੀ ਜੋ 5 ਮਿੰਟ ਹੋ ਗਏ। ਬਸ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਅੱਖ ਲੱਗ ਗਈ ਮੇਰੀ। ਹਾਂਜੀ ਅੱਜ ਫਿਰ ਅੱਖ ਲੱਗ ਗਈ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿੱਜਰ ਸਾਹਿਬ ਲੇਟ ਹੋ ਗਿਆ ਵਾ। ਮੈਂ ਸੋ ਨਿਜਰ ਸਾਹਿਬ ਫਿਰ ਵੱਡੀਆਂ ਗੱਲਾਂ ਇਹ ਵੀ ਹੁਣ ਸਮਝਦੇ ਨਾ ਬੰਦਾ ਫਿਰ ਨਹੀਂ ਮੈਂ ਇਹ ਤਾਂ ਆਂਦਾ ਤੇ ਚਰਨਜੀਤ ਲੇਟ ਆਉਂਦਾ, ਮੈਂ ਵੀ ਲੇਟ ਹੀ ਆਣਾ। ਇਹ ਸਭ ਮੈਨੂੰ ਤਾਂ ਉਠਾਉਣ ਵਾਸਤੇ ਆਏ ਆ, ਕਹਿੰਦੇ ਵੀ ਉਠਾ ਦਈਏ। ਤਾਂ ਕਿ ਅੱਗੇ ਮੇਰੇ ਫਿਰ ਦਿਮਾਗ 'ਚ ਸੌ ਗਿਆ ਜਾਂਦਾ ਹਾਂ। ਨਿੱਜਰ ਸਾਹਿਬ ਨੇ ਆ ਜਾਣਾ ਸੀ ਆਪਣੇ ਟਾਈਮ ਨਾਲ। ਹਾਂਜੀ ਹਾਂਜੀ ਸੋ ਗਿਆ ਟਾਈਮ ਸੀ ਲੱਗ ਚੁੱਕਾ। ਬਿਲਕੁਲ। ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਵੀਰ ਜੀ ਸੰਗਤ ਤੋਂ ਮਾਫੀ ਮੰਗਦਾ ਹਾਂ ਜੀ, ਦੋਨੋਂ ਹੱਥ ਜੋੜ ਕੇ। ਅੱਜ ਆਪਾਂ ਵੀਰ ਜੀ ਅੱਜ ਬੈਠੇ ਦੀ ਤੰਦਰੁਸਤੀ ਲਈ ਅਰਦਾਸ ਵੀ ਕਰ ਦਿਓ ਜੀ। ਇਹਨੂੰ ਆਟਿਜ਼ਮ ਹੈ ਨਾ, ਆਪਾਂ ਪਿਛਲੇ ਸਾਲ ਵੀ ਕੀਤੀ ਸੀ, ਫਰਕ ਹੈ ਕਾਫੀ। ਠੀਕ ਹੈ ਜੀ, ਠੀਕ ਹੈ ਜੀ। ਦੋ ਅਰਦਾਸਾਂ ਹੈ ਗੁਰਕੀ ਸਾਹਿਬ, ਦੋ ਕਰ ਦੇਣੀਆਂ ਅੱਜ ਆਪਾਂ। ਇੱਕ ਹੋਰ ਆਈ ਹੈ, 3 ਹੋ ਗਈਆਂ। ਚਲੋ ਠੀਕ ਹੈ, ਓਕੇ ਜੀ ਓਕੇ। ਇਹ ਆਪਾਂ 1196 ਅੰਕ ਤੇ ਹੈਗੇ ਆ। ਬਸੰਤ ਰਾਗ ਦੇ ਵਿੱਚ ਆਖਰੀ ਸ਼ਬਦ ਲੈ ਰਹੇ ਹਾਂ ਆਪਾਂ। ਇਹ ਨਾਮਦੇਵ ਜੀ ਦਾ ਸ਼ਬਦ ਹੈਗਾ। ਤੇ ਆਪਾਂ ਨੂੰ ਜਿਹੜੇ ਹੈਗੇ ਸੀਰੀਅਲ ਵਾਈਜ਼ ਜਿਹੜਾ ਸ਼ਬਦ ਹੈਗਾ, ਜੇ ਸੀਰੀਅਲ ਵਾਈਜ਼ ਇਹ ਤੀਸਰਾ ਸ਼ਬਦ ਹੈਗਾ ਇਹਨਾਂ ਦਾ। ਇਹਦੇ ਵਿੱਚ ਨਾਮਦੇਵ ਜੀ ਜਿਹੜੇ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਨਸਾਨ ਜਦੋਂ ਸ਼ਿਫਟ ਹੋਣ ਵਾਸਤੇ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗਾ ਕੋਈ ਠੋਕਰ ਲੱਗਦੀ ਹੈ, ਗੁਰਬਾਣੀ ਜਾਂ ਗੁਰੂ ਦੀ ਮੱਤ, ਜੇ ਬ੍ਰਹਮ ਗਿਆਨ ਜਿਹੜਾ ਹੈਗਾ ਕੋਈ, ਤੇ ਇਨਸਾਨ ਨੂੰ ਪਤਾ ਲੱਗਦਾ ਹੈ ਵੀ ਮੈਂ ਦੁਨੀਆ ਦੇ ਵਿੱਚ ਕਾਹਦੇ ਵਾਸਤੇ ਆਇਆ ਹਾਂ, ਤੇ ਉਹ ਕੰਮ ਤਾਂ ਮੈਂ ਕੀਤਾ ਹੀ ਨਹੀਂ ਹੈ ਜਿਹਦੇ ਵਾਸਤੇ ਮੈਂ, ਔਰ ਸਰੀਰ ਮੇਰਾ ਚਲੇ ਜਾਣਾ ਹੈ। ਤੇ ਫਿਰ ਉਹ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਸ਼ਿਫਟ ਹੁੰਦਾ ਹੈ, ਉਹਦੇ ਬਾਰੇ ਜਿਹੜਾ ਹੈਗਾ ਨਾਮਦੇਵ ਜੀ ਆਪਾਂ ਨੂੰ ਗਿਆਨ ਦੇ ਰਹੇ ਸ਼ਬਦ ਦੇ ਵਿੱਚ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਪੀਛੇ ਤਿਨਕਾ ਲੈਕਰ ਹਾਂਕਤੀ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ। ਦੇਖੋ ਇਹਦੇ ਵਿੱਚ ਜਿਹੜਾ ਹੈਗਾ ਬ੍ਰਹਮ ਗਿਆਨ ਕਿਸ ਤਰ੍ਹਾਂ ਜਿਹੜਾ ਹੈਗਾ ਲੇਥੂ ਪੇਥੂ ਹੋਇਆ ਪਿਆ, ਕਿਵੇਂ ਲੁਕਿਆ ਪਿਆ ਹੈ। ਗੱਡੀ ਚੱਲ ਰਹੀ ਹੈ, ਕਹਿੰਦੇ ਧੂੜ ਦੇ ਵਿੱਚ ਕੋਈ ਮਣੀ, ਧੂੜ ਮਣੀ ਗਾਡੀ ਚਾਲਤੀ। ਧੂੜ ਦੇ ਵਿੱਚ ਜਿਹੜੀ ਹੈਗੀ ਮਣੀ ਵੱਲ ਨੂੰ ਗੱਡੀ ਚੱਲ ਰਹੀ ਹੈ। ਸਹਿਜ ਦੇ ਵਿੱਚ, ਸਹਿਜ ਅਵਲ, ਸਟਾਰਟ ਇੱਥੋਂ ਹੋਈ ਯਾਤਰਾ। ਅਵਲ ਕਹਿੰਦੇ ਸ਼ੁਰੂ, ਇੱਕ। ਸਹਿਜ ਅਵਲ ਸਲੋ, ਬਿਲਕੁਲ ਧੂੜ ਦੇ ਵਿੱਚ ਲਿਬੜਿਆ ਹੋਇਆ ਇਨਸਾਨ, ਮੈਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣੇ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਕਾਰਨ ਸ਼ੀਰ ਪੂਰਾ ਬਿਲਟ ਪਿਆ। ਮਣੀ ਜਿਹੜਾ ਹੈਗਾ ਉਹ ਨਾਮ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਕਹਿੰਦੀ ਗੱਡੀ ਚੱਲ ਪਈ, ਸਲੋ ਚੱਲੀ, ਬਲਦੇ ਆ ਹੌਲੀ ਹੌਲੀ। ਪਿੱਛੇ ਤਿਨਕਾ ਲੈ ਕਰ ਹਾਂਕਤੀ, ਕਹਿੰਦੇ ਤਿਨਕਾ ਲੈ ਕੇ, ਡੰਡਾ ਲੈ ਕੇ ਜਿਹੜਾ ਹੈਗਾ ਇਹਨੂੰ ਹੱਕਣਾ ਪੈਂਦਾ ਹੈ ਮਨ ਨੂੰ। ਮਨ ਜਿਹੜਾ ਹੈਗਾ ਉਵੇਂ ਦਾ ਨਹੀਂ ਚੱਲਦਾ। ਇਹ ਗੁਰੂ ਜਿਹੜਾ ਹੈਗੇ ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਜਿਹੜਾ ਹੈਗਾ ਇਹਨੂੰ, ਇਹਦੇ ਨਾਲ ਪਿਆਰ ਪੈਂਦਾ ਹੈ ਤੇ ਤਾਂ ਇਹ ਮਨ ਨੂੰ ਹੱਕਦੇ ਆ, ਇਹ ਬ੍ਰਹਮ ਗਿਆਨ ਦੇ ਦੁਆਰਾ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਪਿੱਛੇ ਤਿਨਕਾ ਲੈ ਕਰ ਹਾਂਕਤੀ। ਹੁਣ ਕਿੱਧਰ ਨੂੰ ਜਾਣਾ ਹੈ ਗੱਡੀ ਨੇ, ਕੀ ਕਰਨਾ ਆ? ਆਪਾਂ ਨੂੰ ਤੇ ਜਨਮਾਂ ਦੀ ਮੈਲ ਲੱਗੀ ਹੋਈ ਹੈ। ਕਾਰਨ ਸ਼ੀਰ ਬੜਾ ਜਿਹੜਾ ਹੈਗਾ ਮੈਗਲ ਹੋਇਆ ਪਿਆ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਇਹ ਜਿਹੜਾ ਹੈਗਾ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ 10ਵੇਂ ਪਾਏ, ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। ਆ ਇੱਡੀ ਮੈਲ ਲੱਗੀ ਹੋਈ ਹੈ ਇਹਨੂੰ, ਇਹ ਮੈਲ ਨੂੰ ਧੋਣਾ ਹੈਗਾ। ਇਹਦੇ ਵਾਸਤੇ ਜਿਹੜਾ ਹੈਗਾ ਸਰੋਵਰ ਤੇ ਜਾਣਾ ਪਊਗਾ ਭਾਈ। ਉਹ ਸਰੋਵਰ ਜਿਹੜਾ ਹੈਗਾ ਉਹ ਜ਼ਿਆਦਾ ਆਪਾਂ ਧਿਆਨ ਦੇ ਵਿੱਚ ਜਾਵਾਂਗੇ
ਉੱਤੇ ਵਿਚਾਰ ਬੰਦ ਕਰਾਂਗੇ ਤਾਂ ਉਹ ਸਰੋਵਰ 'ਤੇ ਪਹੁੰਚਦੇ ਹਾਂ ਆਪਾਂ। सहज अव्वल तूड़ मणि गाड़ी चालती, पीछे तिनका लेकर हाँकती, जैसे पनकत थ्रू टिट हाँकती। ਕਹਿੰਦੇ ਇਹਨੂੰ ਬਾਰ-ਬਾਰ ਜਿਹੜਾ ਹੈ ਥਰੂ ਟਿਟ ਜਿਸ ਤਰ੍ਹਾਂ ਜਿਹੜੇ ਬਲਦਾਂ ਨੂੰ ਨਹੀਂ ਬੋਲਦੇ, ਡੰਡਾ ਲੈ ਕੇ ਬੋਲਦੇ ਆ ਵੀ ਹੱਕਣਾ ਪੈਂਦਾ ਇਹਨੂੰ ਪਾਏ ਮਨ ਨੂੰ, ਬਾਰ-ਬਾਰ ਜਿਹੜਾ ਇੱਧਰ ਉੱਧਰ ਮੂੰਹ ਮਾਰਨ ਲੱਗ ਜਾਂਦਾ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ। ਇਹਨੂੰ ਉਸ ਪਨਘਟ 'ਤੇ ਉਸ ਜਿਹੜੇ ਹੈਗੇ ਸਰੋਵਰ ਦੇ ਉੱਤੇ ਲੈ ਕੇ ਜਾਣਾ ਪੈਂਦਾ ਹੈ। ਜੈਸੇ ਪਨਕਤ ਥਰੂ ਟਿਟ ਹਾਂਕਤੀ, ਸਰ ਧੋਵਨ ਚਾਲੀ ਲਾਡਲੀ। ਸਰ ਰਾਰੇ ਦੀ ਸਿਆਰੀ ਹੈ, ਸਰ ਦਾ ਮਤਲਬ ਸਿਰ ਧੋਣ ਨਹੀਂ ਚੱਲੀ, ਉਹ ਜਿਹੜੀ ਸਰੋਵਰ 'ਤੇ ਚੱਲੀ ਹੋਈ ਆ, ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਆ, ਉਹਨੂੰ ਧੋਣ ਦੇ ਵਾਸਤੇ ਲਾਡਲੀ ਜਿਹੜੀ ਚੱਲ ਪਈ ਹੈ ਜੀਵ ਇਸਤਰੀ। ਰਹਾਓ ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਧੋਬੀ, ਹੁਣ ਧੋਬੀ ਕੌਣ ਆ? ਮਨ। ਇਹਨੇ ਧੋਣਾ ਆ ਕਿਵੇਂ? ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਜਿਆਦੇ ਰੱਤਿਆ ਗਿਆ। ਧੋਬੀ ਧੋਵੈ ਬਿਰਹਿ ਬਿਰਾਤਾ। ਬਿਰਹਿ ਕਹਿੰਦੇ ਵਿਯੋਗ, ਪਰਮਾਤਮਾ ਦੀ ਖਿੱਚ ਪੈਦਾ ਹੋ ਗਈ, ਮਾਇਆ ਤੋਂ ਉਪਰਾਮਤ ਹੋਈ ਜਾਣੀ ਆ। ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਇਸ ਤਰ੍ਹਾਂ ਜਿਹੜੇ ਹੈਗੇ ਕਾਰਨ ਸ਼ਰੀਰ ਨਸ਼ਟ ਹੁੰਦਾ ਹੈ ਭਾਈ, ਆਪਾਂ ਨੂੰ ਨਹੀਂ ਪਤਾ ਲੱਗਦਾ ਇਹ ਕਿਵੇਂ ਹੋ ਜਾਂਦਾ ਹੈ, ਪਰ ਜਦ ਆਪਾਂ ਵਿਚਾਰ ਬੰਦ ਕਰਦੇ ਹਾਂ, ਵਿਚਾਰ ਮੁਕਤ ਹੁੰਦੇ ਹਾਂ, ਸੁਣਨ ਦੇ ਵਿੱਚ ਜਾਂਦੇ ਹਾਂ, ਅਤੇ ਇਸ ਤਰੀਕੇ ਦੇ ਨਾਲ ਇਹ ਸਰੋਵਰ ਦੇ ਵਿੱਚ ਇਸ਼ਨਾਨ ਹੋ ਜਾਂਦਾ ਹੈ ਇਹਦਾ, ਇਹ ਬਦਲ ਜਾਂਦਾ ਹੈ, ਇਹ ਛੋਟਾ ਹੋ ਜਾਂਦਾ ਹੈ। ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਪੰਡਤ ਨਾਮ ਦਿਓ ਰਮ ਰਹਿਆ। ਬਸ ਫਿਰ ਇੱਕਦਮ ਹੀ ਜਿਹੜਾ ਹੈਗਾ ਉਹਦੇ ਵਿੱਚ ਰਮ ਜਾਂਦਾ ਹੈ ਭਾਈ। ਔਰ ਉਹ ਮਾਲਕ ਪਰਮਾਤਮਾ ਜਿਹੜਾ ਸਾਰੇ ਸੰਸਾਰ ਹਰੇਕ ਦੇ ਅੰਦਰ ਰਮਿਆ ਹੋਇਆ ਹੈ, ਉਹਦੇ ਵਿੱਚ ਇਹ ਮਨ ਰਮ ਜਾਂਦਾ ਹੈ। ਪੰਡਤ ਨਾਮ ਦਿਓ ਰਮ ਰਹਿਆ, ਆਪਣੇ ਭਗਤ ਪਰ ਕਰੇ ਦਇਆ। ਇਸ ਤਰ੍ਹਾਂ ਉਹ ਮਾਲਕ ਜਿਹੜਾ ਰਮਿਆ ਹੋਇਆ ਹੈ, ਹਰ ਜਗ੍ਹਾ 'ਤੇ ਰਾਮ ਰਮਿਆ ਹੋਇਆ ਆ, ਉਹ ਜਿਹੜਾ ਹੈਗਾ ਆਪਣੇ ਭਗਤਾਂ ਦੇ ਉੱਤੇ ਇਸ ਤਰ੍ਹਾਂ ਦਇਆ ਕਰਦਾ ਹੈ, ਇਸ ਤਰ੍ਹਾਂ ਮਿਹਰ ਕਰਦਾ ਹੈ, ਉਹਨਾਂ ਨੂੰ ਬ੍ਰਹਮ ਗਿਆਨ ਦੇ ਕੇ, ਬ੍ਰਹਮ ਗਿਆਨੀ ਮਿਲਾ ਕੇ, ਔਰ ਸਰੋਵਰ ਦਾ ਜਿਹੜਾ ਹੈਗਾ ਰਸਤਾ ਦੱਸ ਕੇ, ਔਰ ਐਵੇਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਕਾਰਨ ਸ਼ਰੀਰ ਜਿਹੜਾ ਹੈਗਾ, ਐਵੇਂ ਉਹ ਜਿਹੜਾ ਹੈਗਾ ਆਪਣਾ ਕਾਰਨ ਸ਼ਰੀਰ ਜਿਹੜੇ ਹੈਗੇ ਆ ਉਹ ਨਸ਼ਟ ਕਰ ਲੈਂਦੇ ਆ। ਇਹ ਆ ਮਾਲਕ ਪਰਮਾਤਮਾ ਦੀ ਖੇਡ। ਪੰਡਤ ਨਾਮਦੇਵ ਜੀ ਬੇਨਤੀ ਕਰ ਰਹੇ ਆ, ਰਮ ਰਿਹਾ ਉਹ ਮਾਲਕ ਪਰਮਾਤਮਾ ਤਾਂ ਹਰ ਜਗ੍ਹਾ 'ਤੇ ਰਮਿਆ ਹੋਇਆ ਆ, ਆਪਣੇ ਭਗਤ ਪਰ ਕਰੇ ਦਿਆ, ਆਪਣੇ ਭਗਤਾਂ ਦੇ ਉੱਤੇ ਇਸ ਤਰ੍ਹਾਂ ਦਇਆ ਕਰਦਾ ਹੈ, ਇਸ ਤਰ੍ਹਾਂ ਉਹ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਤੋਂ ਕੱਢ ਲੈਂਦਾ ਹੈ ਬਾਹਰ, ਇਸ ਤਰ੍ਹਾਂ ਤਾਰ ਲੈਂਦਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਟਲਾ, ਇਸ ਤਰ੍ਹਾਂ ਉਹ ਬਾਪ ਜਿਹੜਾ ਹੈਗਾ ਤਾਰਦਾ ਹੈ। ਆਹ ਰਸਤਾ ਹੈ ਮਾਲਕ ਪਰਮਾਤਮਾ ਦੀ, ਆਹ ਖੇਡ ਹੈਗੀ ਆ, ਆਹ ਨਿਕਲਣ ਦਾ ਰਸਤਾ ਹੈਗਾ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ। ਕਹਿੰਦੇ ਪਹਿਲਾਂ ਤਾਂ ਧੂੜ ਦੇ ਵਿੱਚ ਹੀ ਆ ਭਾਈ, ਮੈਲ ਦੇ ਵਿੱਚ ਹੀ ਆ ਪੂਰਾ ਕਾਰਨ ਸ਼ਰੀਰ ਬਿਲਟਅਪ ਹੈਗਾ, ਔਰ ਹੌਲੀ ਹੌਲੀ ਜਿਹੜਾ ਹੈਗਾ ਸਟਾਰਟ ਕਰਨੀ ਹੈ ਯਾਤਰਾ ਇਹ ਮਣੀ ਦੇ ਵਾਸਤੇ, ਇਹ ਜਿਹੜਾ ਹੈਗਾ ਨਾਮ ਦੇ ਵਾਸਤੇ ਇਹ ਗੱਡੀ ਜਿਹੜੀ ਹੈ ਚਲਾਉਣੀ ਪੈਣੀ ਆ, ਔਰ ਇਹਨੂੰ ਹੱਕਣਾ ਪੈਣਾ ਹੈ। ਪਿੱਛੇ ਤਿਨਕਾ ਲੈ ਕਰ ਹਾਂਕਤੀ, ਇਹਨੂੰ ਜਿਹੜਾ ਹੈਗਾ ਗਿਆਨ ਲੈ ਕੇ ਜਿਹੜਾ ਹੈਗਾ ਬ੍ਰਹਮ ਗਿਆਨ ਲੈ ਕੇ, ਆ ਬ੍ਰਹਮ ਗਿਆਨ ਹੈਗਾ, ਇਸ ਦੇ ਨਾਲ ਇਹਨੂੰ ਹੱਕਣਾ, ਇਹਨੂੰ ਦੱਸਣਾ, ਇਹ ਬ੍ਰਹਮ ਗਿਆਨ ਨੇ ਚਾਨਣ ਕਰਨਾ ਹੈ ਅੰਦਰ ਜਿਹੜਾ ਹੈਗਾ, ਇਹਨੂੰ ਪਤਾ ਲੱਗਣਾ ਹੈ ਮਨ ਨੇ ਫਿਰ ਜਿਹੜਾ ਹੈਗਾ ਇਹ ਸੁਰਤ ਅੰਤਰਮੁਖੀ ਕਰਨੀ ਹੈ, ਅੰਦਰ ਦੀ ਯਾਤਰਾ ਸ਼ੁਰੂ ਕਰਨੀ ਹੈ। ਜੈਸੇ ਪਨਕਤ ਥਰੂ ਟਿਟ ਹਾਂਕਤੀ, ਕਿੱਧਰ ਨੂੰ ਹਾਂਕਣਾ ਹੈ? ਪਨਕਤ ਵੱਲ ਨੂੰ ਹਾਂਕਣਾ ਹੈ, ਜਿੱਧਰ ਸਰੋਵਰ ਹੈਗਾ ਆਪਣੇ ਅੰਦਰ ਵੜਨਾ ਹੈ। ਔਰ ਥਰੂ ਟਿਟ ਇਹਨੂੰ ਜਿਹੜਾ ਹੈਗਾ ਇਹ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਇੱਕ ਜਗ੍ਹਾ ਹੋਰ ਆਉਂਦੇ, ਜੇ ਤੂੰ ਅੜੀ ਕਰੇਗਾ ਮਨ ਤੇ ਮੈਂ ਤੈਨੂੰ ਪ੍ਰੇਮ ਦੇ ਡੰਡੇ ਨਾਲ ਮਾਰੂੰਗਾ। ਉਹ ਇੱਕ ਜਗ੍ਹਾ ਕਹਿੰਦੇ ਆ ਕਿ ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪਗ ਧਰੇ ਲੀਜੇ, ਉਹਦੇ 'ਚ ਦੱਸਦੇ ਵੀ ਪ੍ਰੇਮ ਦੇ ਚਾਬੁਕ ਮਾਰੂੰਗਾ ਤੈਨੂੰ ਮੈਂ ਜੇ ਤੂੰ ਅੜੀ ਕਰੇਗਾ। ਤੇ ਇਸ ਤਰ੍ਹਾਂ ਜਿਹੜੇ ਹੈਗੇ ਜੈਸੇ ਪਨਕਤ ਥਰੂ ਟਿਟ ਹਾਂਕਤੀ,
ਸਾਰੇ ਧੋਵਨ ਚਾਲੀ ਲਾਡਲੀ। ਇਸ ਤਰ੍ਹਾਂ ਜੀਵ ਇਸਤਰੀ ਜਿਹੜੀ ਹੈਗੀ ਇਹ ਜਿਹੜੀ ਹੈਗੀ ਯੂ ਟਰਨ ਲੈ ਲੈਂਦਾ ਇਨਸਾਨ ਆਪਣੇ ਅੰਦਰ ਜਿਹੜਾ ਸਰੋਵਰ ਵੱਲ ਨੂੰ ਰਹਾਓ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਅੰਗ ਨੰਬਰ ਕਿੰਨਾ ਵਾ? 1196 1196 ਨਾਮਦੇਵ ਜੀ ਦਾ ਸ਼ਬਦ ਆ। 1196 ਨਾ? ਹਾਂਜੀ ਹਾਂਜੀ। ਪਹਿਲਾਂ ਤੁਕ ਬੋਲੋ। ਜੈਸੇ ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ। ਸਹਿਜ ਦੇ ਵਿੱਚ ਸਲੋ ਬਿਲਕੁਲ। ਅਵਲ ਕਹਿੰਦੇ ਪਹਿਲਾਂ ਧੂੜ ਦੇ ਵਿੱਚ ਲਿਬੜਿਆ ਆ ਮਨ ਪੂਰੀ ਤਰ੍ਹਾਂ ਗਲਤਾਨ ਆ ਸਵਾਦਾਂ ਦੇ ਵਿੱਚ ਰਸਾਂ ਕਸਾਂ ਦੇ ਵਿੱਚ। ਮਣੀ ਗਾਡੀ ਚਾਲਤੀ। ਮਣੀ ਕਹਿੰਦੇ ਆ ਜਿਵੇਂ ਗਾਡੀ ਦਾ ਮਤਲਬ ਹੈ ਬੈਲ ਗੱਡੀ ਜਿਵੇਂ ਚੱਲਦੀ ਹੁੰਦੀ ਹੈ ਭਾਈ ਉਸ ਨਾਮ ਵੱਲ ਨੂੰ ਹੌਲੀ ਹੌਲੀ ਸ਼ੁਰੂ ਹੋਈ ਯਾਤਰਾ। ਯੂ ਟਰਨ ਲਿਆ ਤੇ ਪਹਿਲਾਂ ਤਾਂ ਬ੍ਰੇਕਾਂ ਲੱਗਦੀਆਂ ਸਹਿਜ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਹਾਂਜੀ ਹਾਂ ਇਹ ਕਬੀਰ ਜੀ ਦਾ ਵੀ ਅੱਗੇ ਸ਼ਲੋਕ ਹੈ, ਮੈਨੂੰ ਕੋਈ ਨਹੀਂ ਲੱਭਣ ਦਿਆ। ਇਸ ਤੋਂ ਅੱਗੇ ਜਿਹੜਾ ਹੈ 1196। ਹਾਂਜੀ ਇਸ ਤੋਂ ਅੱਗੇ ਰਵਿਦਾਸ ਜੀ ਦਾ ਸ਼ਬਦ ਹੈਗਾ। ਇਹ ਮਤਲਬ ਇਹ ਸਹਿਜ ਅਵਲ ਧੂੜ ਮਣੀ ਗਾਡੀ ਚੱਲਦੀ। ਇਸ ਤੋਂ ਪਹਿਲਾਂ ਸੀਗਾ ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੂਬੇ ਕੇਸਵਾ। ਆਹ ਸ਼ਬਦ ਸੀਗਾ। ਹਾਂ ਠੀਕ ਹੈ ਹਾਂਜੀ ਹਾਂਜੀ ਹਾਂਜੀ। ਨਾਮਦੇਵ ਜੀ ਦਾ ਪਹਿਲਾ ਸ਼ਬਦ ਸੀਗਾ ਨਾਮਾ ਕਹੇ ਹੁਣ ਤਰ ਵੀ ਨਾ ਜਾਣੋ ਮੋਕੋ ਬਾਂਹ ਦੇ ਬੀਠਲਾ। ਹੁਣ ਬੀਠਲ ਨੇ ਬਾਂਹ ਦੇ ਦਿੱਤੀ ਦੂਸਰੇ ਅਗਲੇ ਸ਼ਬਦ ਦੇ ਵਿੱਚ ਸ਼ੁਰੂ ਹੋ ਗਈ ਯਾਤਰਾ। ਤਾਰਲੇ ਬਾਪ ਬੀਠਲਾ ਹਾਂ ਅੱਗੇ ਹੈ ਨਾ? ਇਸ ਤੋਂ ਅਗਲਾ ਸ਼ਬਦ ਹੈ ਜੀ। ਹਾਂ ਜਦ ਇਹ ਪੁਕਾਰ ਉੱਠੀ ਤੇ ਫਿਰ ਬਾਪ ਨੇ ਜਿਹੜਾ ਹੈਗਾ ਮਿਲਾਇਆ ਗੁਰੂ ਦੇ ਦਿੱਤਾ ਬ੍ਰਹਮ ਗਿਆਨ। ਉਹਨੂੰ ਕਿਹਾ ਵੀ ਆਹ ਸਰੋਵਰ ਤੇਰੇ ਅੰਦਰ ਹੀ ਹੈ ਤੁਰ ਪਾ ਉਧਰ ਨੂੰ ਹੁਣ ਸਿੱਧਾ ਹੋ ਗਿਆ। ਮਿਲ ਗਿਆ। ਸਹਿਜ ਅਵਲ ਧੂੜ ਮਨੀ ਗਾਡੀ ਚੱਲਦੀ। ਹਾਂ ਬੇ ਸਹਿਜ ਦੇ ਵਿੱਚ ਹੌਲੀ ਹੌਲੀ ਚੱਲਣੀ ਹੈ ਗੱਡੀ। ਪਹਿਲਾਂ ਧੂੜ ਦੇ ਵਿੱਚ ਲਿਬੜਿਆ ਹੋਇਆ ਹੈ ਉਹ ਮਣੀ ਵੱਲ ਨੂੰ ਜਿਹੜਾ ਸਰੋਵਰ ਵੱਲ ਨੂੰ ਗੱਡੀ ਚੱਲਣੀ ਆ। ਇਹ ਬੈਲ ਗੱਡੀ ਤੇ ਇਹਨੂੰ ਹੱਕਣਾ ਪੈਣਾ। ਪਿੱਛੇ ਤਿਨਕਾ ਲੈ ਕਰ ਹਾਂਕਤੀ ਜਿਹੜਾ ਹੈ ਗੁਰੂ ਬ੍ਰਹਮ ਗਿਆਨੀਆਂ ਦਾ ਗਿਆਨ ਜਿਹੜਾ ਹੈਗਾ ਉਹਦੇ ਨਾਲ ਜਿਹੜਾ ਹੈਗਾ ਇਹਨੂੰ ਹੱਕਣਾ ਪੈਣਾ ਹੈ। ਉਹਨੇ ਹੱਕਣਾ ਇਹਨੂੰ। ਹਾਂਜੀ ਬਿਲਕੁਲ ਸਹੀ ਹੈ। ਇਹ ਪਤਾ ਕੀ ਕਹਿ ਰਹੇ ਨੇ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਜੈਟ ਪਲੇਨ ਤੇ ਭੇਜੋਗੇ। ਹੌਲੀ ਹੌਲੀ ਚੱਲਣਾ ਪੈਣਾ। ਬਿਲਕੁਲ ਹਾਂ। ਜਿੱਦਾਂ ਬੈਲ ਗਾੜੀ ਨੂੰ ਆਪਾਂ ਇੱਕ ਡੰਡਾ ਲੈ ਕੇ ਹੱਕਦੇ ਆ ਬਿਲਕੁਲ ਉਸੇ ਤਰ੍ਹਾਂ ਕਹਿੰਦੇ ਕਿ ਕਾਹਲੀ ਨਹੀਂ ਪੈਣਾ। ਉਹ ਸਾਨੂੰ ਇਹ ਮਜ਼ਬੂਤ ਕਰ ਰਹੇ ਨੇ, ਸਾਨੂੰ ਇਹ ਨਿਰਦੇਸ਼ ਦੇ ਰਹੇ ਨੇ ਕਿ ਤੁਸੀਂ ਏਦਾਂ ਕਰੋ ਕਿ ਸਵੇਰੇ ਜਦੋਂ ਉੱਠ ਪੈਂਦੇ ਜੋ। ਬਿਲਕੁਲ ਹੁਣ ਮਨ ਦੇ ਮਗਰ ਜਦੋਂ ਆਪਾਂ ਡੰਡਾ ਲੈ ਕੇ ਘੁੰਮਦੇ ਆ ਤੇ ਫਿਰ ਡੰਡਾ ਲੈ ਕੇ ਦਾ ਮਤਲਬ ਤੇ ਇਹੋ ਹੀ ਹੈ ਕਿ ਦੇਖੋ ਪਤਾ ਕੀ ਹੈ, ਪਰਮਾਤਮਾ ਦੇ ਨਾਲ ਸੰਬੰਧ ਬਣਾਉਣ ਦਾ ਇੱਕ ਬਹੁਤ ਹੀ ਆਸਾਨ ਤਰੀਕਾ ਹੈ। ਤੁਸੀਂ ਆਪਣੇ ਜੀਵਨ 'ਚ ਸੱਚ ਨੂੰ ਲੈ ਆਓ। ਜੈ ਸਾਹਿਬ ਬਿਲਕੁਲ ਡੰਡਾ ਲੈ ਕੇ ਹੱਕਾਂ ਦਾ ਮਤਲਬ ਉੱਥੇ ਮੱਝ ਮੁੱਝ ਥੋੜੀ ਹੈਗੀ ਜੇ ਝੋਟਾ ਬੱਧਾ ਵਾ ਜਿਹਨੂੰ ਆਪਾਂ ਹੱਕਣਾ ਵਾ। ਕਹਿਣ ਤੋਂ ਭਾਵ ਹੈ ਕਿ ਸਵੇਰੇ ਹੁਣ ਦੋ ਰਸਤੇ ਦਿੰਦੀ ਤੁਹਾਨੂੰ ਤਕਦੀਰ। ਦੇਖੋ ਸੱਜਾ ਪੈਰ ਖੱਬਾ ਪੈਰ। ਸੱਜਾ ਪੈਰ ਸੱਚ ਆ, ਖੱਬਾ ਪੈਰ ਝੂਠ ਆ। ਤੇ ਹੁਣ ਇਹਨੂੰ ਹੱਕਾਂ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਸੱਜਾ ਪੈਰ ਹੀ ਚੁੱਕੋ। ਕੋਸ਼ਿਸ਼ ਕਰੋ ਗਿਆਨ ਦੇ ਨਾਲ ਜਿਹੜਾ ਹੈਗਾ ਗਿਆਨ ਦੇ ਨਾਲ ਜਿਹੜਾ ਗਿਆਨ ਨੂੰ ਲੈ ਕੇ ਆਈਏ। ਗਿਆਨ ਹੀ ਸੱਚ ਹੈਗਾ ਜਿਹੜਾ ਬ੍ਰਹਮ ਗਿਆਨ ਸੱਚ ਹੈਗਾ। ਹਾਂਜੀ ਵੀਰ ਹਾਂ। ਤੇ ਨਾਲੇ ਵੇਖੇ ਇੱਕ ਚੀਜ਼ ਨੂੰ ਦੇਖੋ ਮੈਂ ਉਹ ਪਤਾ ਨਹੀਂ ਮੁਹੰਮਦ ਸਾਹਿਬ ਦੀ ਗੱਲ ਹੋਈ ਸੀ ਕਿਤੇ ਗੱਲ ਹੋਈ ਸੀ ਕਹਿੰਦੇ ਕਿ ਉਹ ਕਹਿੰਦਾ ਪੈਰ ਚੁੱਕ। ਕਹਿੰਦਾ ਕਿਹੜਾ? ਉਹਨੇ ਕਹਿੰਦਾ ਸੱਜਾ ਚੁੱਕ, ਖੱਬਾ ਚੁੱਕ ਲਿਆ। ਬਿਲਕੁਲ ਉਹਨਾਂ ਦੇ ਹਜ਼ਰਤ ਮੁਹੰਮਦ ਦੀ ਗੱਲ ਹੋਈ ਸੀਗੀ। ਹਾਂ ਉਹ ਫਿਰ ਉਹ ਕਹਿੰਦੇ ਕਿ ਉਹ ਚੁੱਕ ਤੇ ਲਿਆ ਤੇ ਕਹਿੰਦੇ ਹੁਣ ਕਹਿੰਦਾ ਉਹ ਸੱਜਾ ਚੁੱਕ। ਹਾਂ ਕਹਿੰਦੇ ਸੱਜਾ ਚੁੱਕਿਆ ਨਹੀਂ ਜਾ ਸਕਦਾ ਕਿਉਂਕਿ ਖੱਬਾ ਚੁੱਕਿਆ। ਪਰ ਕਹਿੰਦਾ ਹੁਣ ਨਹੀਂ ਚੁੱਕਿਆ ਜਾ ਸਕਦਾ ਪਰ ਚੁੱਕਣ ਤੋਂ ਪਹਿਲਾਂ ਤੇਰੇ ਕੋਲ ਪੂਰਾ ਮੌਕਾ ਸੀ। ਹੁਣ ਨਹੀਂ, ਹੁਣ ਤੇ ਗੜਬੜ ਹੋ ਗਈ। ਹੁਣ ਤੇ ਗੋਲੀ ਨਿਕਲ ਗਈ ਪਰ ਫਿਰ ਵੀ ਗੋਰਖੀ ਸਾਹਿਬ ਕਹਿੰਦੇ ਵਾਪਸ ਰੱਖਦੇ ਪੈਰ ਤੇ ਦੂਜਾ ਫਿਰ ਤਾਂ ਚੁੱਕਿਆ ਜਾਊਗਾ। ਹਾਂ ਨਿੱਜਰ ਸਾਹਿਬ ਉਹ ਤੇ ਤਾਂ ਵਾ ਕਿ ਕਹਿੰਦੇ ਕਿ ਇੱਕ ਤੇ ਤੂੰ ਗਲਤੀ ਕੀਤੀ। ਗਲਤੀ ਹੋ ਗਈ ਉਹ ਤੇ ਪੱਕੀ ਹੈ। ਇੱਕ ਗਲਤੀ ਕਰਕੇ ਤੂੰ ਗਲਤੀ ਨੂੰ ਨਹੀਂ ਸੁਧਾਰਿਆ ਤੇ ਦੋ ਗਲਤੀਆਂ ਹੋ ਗਈਆਂ ਜੀ। ਬਿਲਕੁਲ ਸਹੀ ਆ। ਠੀਕ ਹੈ ਇਹ ਮੈਂ ਬੋਲਦਾ। ਇੱਕ ਆਪਾਂ ਗਲਤੀ ਕੀਤੀ ਉਹ ਇੱਕ ਗਲਤੀ ਹੋ ਗਈ। ਹੁਣ ਮੇਰੇ ਅੱਗੇ ਨੇ ਗਲਤੀ ਕਰਕੇ ਕਿਸੇ ਨੂੰ ਮਾੜਾ ਚੰਗਾ ਬੋਲ ਵੀ ਦਿੱਤਾ ਫਿਰ ਉਹ ਕੋਲ ਮਾਫੀ ਮੰਗ ਲਾ ਤੇ ਹੱਥ ਪੱਲਾ ਜੋੜ ਕੇ ਜਾਣ ਚੁਣਾ ਲਾ। ਨਹੀਂ ਕਰਦਾ ਤੇ ਫਿਰ ਦੋ ਗਲਤੀਆਂ ਹੋ ਗਈਆਂ। ਕਿਉਂਕਿ ਆਪਾਂ ਏਦਾਂ ਕਰਦੇ ਨਹੀਂ ਹੈ ਵੈਸੇ। ਬੜੇ ਔਖਾ ਮਾਫੀ ਮੰਗਣੀ। ਠੀਕ ਹੈ ਜੀ
ਇੱਕ ਜ਼ਿੰਦਗੀ 'ਚ ਸਾਧ ਸੰਗਤ ਜੀ ਜਿਹੜੀ ਚੀਜ਼ ਬਾਣੀ 'ਚ ਪੜ੍ਹ ਕੇ ਜੋ ਚੀਜ਼ ਮੇਰੀ ਸਮਝ 'ਚ ਆਈ ਆ, ਜੋ ਸਭ ਤੋਂ ਮੈਨੂੰ ਗਹਿਰੀ ਚੀਜ਼ ਚੰਗੀ ਲੱਗੀ ਆ, ਇੱਕ ਤਾਂ ਬਾਣੀ ਸਾਨੂੰ ਡਰਾਉਣਾ ਨਹੀਂ ਚਾਹੁੰਦੀ, ਸਾਡੇ ਅੰਦਰ ਦਲੇਰੀ ਪੈਦਾ ਕਰਨਾ ਚਾਹੁੰਦੀ ਆ। ਉਸ ਤੋਂ ਬਾਅਦ ਕਹਿੰਦੀ ਆ ਕਿ ਬੁੱਧੀ ਤੋਂ ਬਿਨਾਂ ਤੂੰ ਕੋਈ ਕੰਮ ਨਹੀਂ ਕਰਨਾ। ਬਿਲਕੁਲ। ਇੱਥੋਂ ਤੱਕ ਨਾਮ ਸੇਵਾ ਦਾਨ ਪੁੰਨ ਕਹਿੰਦੇ ਬੁੱਧੀ ਤੋਂ ਬਿਨਾਂ ਨਾ ਕਰ, ਵਿਵੇਕ ਤੋਂ ਬਿਨਾਂ ਵਿਚਾਰ ਤੋਂ ਬਿਨਾਂ ਤੇ ਬਿਲਕੁਲ ਨਹੀਂ ਕਰਨਾ। ਦੇਖੋ ਬੁੱਧੀ ਸਾਡੀ ਸਾਨੂੰ ਬਚਾਉਣਾ ਚਾਹੁੰਦੀ ਆ। ਤੁਸੀਂ ਦੇਖੋ ਹੁਣ ਸਾਹਮਣੇ ਆ ਬੜੀ ਚੀਜ਼ ਸਵਾਦ ਬਣੀ ਪਈ ਆ ਤੇ ਸਾਡੀ ਬੁੱਧੀ ਕਹਿੰਦੀ ਕਿ ਨਾ ਖਾ, ਤੇ ਚੰਗਾ ਨਹੀਂ ਹੈ ਕਿਉਂਕਿ ਤੇਰੇ ਸਰੀਰ 'ਚ ਪਹਿਲਾਂ ਵੀ ਪ੍ਰੋਬਲਮ ਹੈਗੀ ਆ, ਤੁਹਾਨੂੰ ਖਾਵੇਂਗਾ ਤੇ ਤੇਰੀ ਪ੍ਰੋਬਲਮ ਵਧਣੀ ਆ। ਤੇ ਮਨ ਓਵਰਟੇਕ ਕਰ ਲੈਂਦਾ, ਉਹ ਕਹਿੰਦਾ ਨਹੀਂ ਯਾਰ ਕੋਈ ਫਰਕ ਨਹੀਂ ਪੈਂਦਾ। ਉਹ ਵੇਖਾਂ ਉਹਨੇ ਜਸਾ ਵੀ ਦਿਖਾਣੀ ਦੇ, ਉਹਨਾਂ ਨੂੰ ਕੀ ਹੋ ਗਿਆ? ਦੇਖੋ ਤੁਹਾਨੂੰ ਇਹ ਪਤਾ ਕੀ ਕਰਦਾ ਹੈ ਮਨ, ਕੀ ਕਰਦਾ ਹੈ ਮਨ? ਤੁਹਾਨੂੰ ਨਾ ਲੌਜੀਕਲੀ ਨਹੀਂ ਸਮਝਾ ਸਕਦਾ ਪਰ ਉਦਾਹਰਨ ਦਊਗਾ। ਬਿਲਕੁਲ ਘਟੀਆ ਉਦਾਹਰਨ ਦੇਵੇਗਾ ਕਿ ਤੁਹਾਡੇ ਮਨ 'ਚ ਤੁਸੀਂ ਉਹ ਕੰਮ ਕਰ ਲੱਗੇ, ਡਰੋ ਨਾ। ਕੰਪੇਅਰ ਕਰਦਾ ਹੁਣ ਇੱਥੇ ਮੇਰੀ ਘਰ ਦੀ ਵੀ ਏਦਾਂ ਹੀ ਕਰਦੀ ਆ, ਉਹ ਵੀ ਏਦਾਂ ਕਰਦੇ ਆ, ਕੀ ਫਰਕ ਪੈਂਦਾ? ਪਰ ਮੈਂ ਇਹਨੂੰ ਇਹ ਸਮਝਾਉਂਦਾ ਭਲੀਏ ਮਾਨਸੇ ਉਹ ਹੋਰ ਨੇ, ਆਪਾਂ ਹੋਰ ਆ। ਜੇ ਉਹ ਖੂਹ 'ਚ ਡਿੱਗੇ ਆ ਤੇ ਆਪਾਂ ਥੋੜੀ ਖੂਹ 'ਚ ਡਿੱਗਣਾ। ਬਿਲਕੁਲ। ਉੱਥੇ ਆਪਾਂ ਉਹ ਚੀਜ਼ ਨੂੰ, ਤੇ ਹੁਣ ਉਹਨੂੰ ਮੈਂ ਮੈਡਮ ਨੂੰ ਸਮਝਾਉਂਦਾ ਕਿ ਨਹੀਂ, ਉਹਨਾਂ ਦੇ ਜੀਵਨ ਨੇ, ਉਹਨਾਂ ਦੇ ਡਿਸੀਜਨ ਨੇ, ਪਰ ਇਹਦਾ ਮਤਲਬ ਥੋੜੀ ਕਿ ਜੇ ਉਹ ਏਦਾਂ ਕਰਦੇ ਤੇ ਅਸੀਂ ਵੀ ਏਦਾਂ ਕਰੀਏ। ਇਹ ਤੇ ਸਾਡੀ ਬੁੱਧੀ ਤੋਂ ਸਾਨੂੰ ਕੰਮ ਲੈਣਾ ਚਾਹੀਦਾ ਆਪਣੀ ਤੋਂ। ਠੀਕ ਹੈ ਜੀ, ਇੱਕ ਚੀਜ਼ ਦਾ ਧਿਆਨ ਰੱਖਣਾ, ਬੁੱਧੀ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ। ਉਸ ਤੋਂ ਬਾਅਦ ਹੁਣ ਤੁਸੀਂ ਧਰਮ ਦੇ ਮਾਰਗ ਤੇ ਚੱਲਣਾ। ਹੁਣ ਬੁੱਧੀ ਕਈ ਵਾਰੀ ਕਹਿ ਤੇ ਦਿੰਦੀ ਆ ਆਹ ਕੰਮ ਨਾ ਕਰ, ਇਹ ਸਹੀ ਨਹੀਂ ਹੈਗਾ, ਪਰ ਮਨ ਕਹਿੰਦਾ ਨਹੀਂ, ਉਹ ਫਲਾਣੇ ਬਾਬੇ ਨੇ ਡਰਾਇਆ ਹੋਇਆ ਹੈ, ਤੂੰ ਏਦਾਂ ਨਹੀਂ ਕਰਨਾ। ਲੋਕੀ ਕਹਿ ਦਿੰਦੇ ਨਾ ਬਈ ਤੁਸੀਂ ਏਦਾਂ ਨਾ ਕਰੋਗੇ ਤੇ ਐ ਲੱਗੂ, ਪਾਪ ਲੱਗੂ ਤੁਹਾਨੂੰ। ਬਿਲਕੁਲ ਐਵੇਂ ਹੀ ਕਰਦੇ, ਐਵੇਂ ਹੀ ਕਰਦੇ ਆ ਜੀ, ਐਵੇਂ ਹੀ ਕਰਦੇ ਆ। ਇਹ ਜਿਹੜੇ ਹੈਗੇ ਆਪਾਂ ਨੂੰ ਪੂਰੀਆਂ ਰਹਿਤ ਮਰਿਆਦਾ ਦੱਸ ਕੇ ਬਿਲਕੁਲ ਇਹਨਾਂ ਨੇ ਜਕੜ ਲੈਂਦੇ ਆਪਾਂ ਨੂੰ। ਬਿਲਕੁਲ ਉਹ ਕਹਿੰਦੇ ਹੋ ਵੀ ਏਦਾਂ ਨਾ ਕਰੋ, ਬਈ ਠੀਕ ਹੈ। ਉਹ ਕਹਿੰਦੇ ਤੁਸੀਂ ਸਰੀਰ ਦੇ ਨੂੰ ਕੁਝ ਨਾ ਛੇੜਿਓ, ਬਾਕੀ ਜੋ ਮਰਜ਼ੀ ਕਰਿਓ। ਜੀਵਨ ਕਿੱਦਾਂ ਦਾ ਤੁਹਾਡਾ ਟੁੱਟਾ ਭੱਜਾ, ਉਹਨਾਂ ਦੀ ਕੋਈ ਪਰਵਾਹ ਨਹੀਂ, ਕਿਉਂਕਿ ਬਾਹਰੀ ਲੁੱਕ ਤੁਹਾਡੀ ਬਰਾਬਰ ਹੋਣੀ ਚਾਹੀਦੀ ਹੈ। ਤੁਹਾਡੀ ਫਿਜ਼ੀਕਲੀ ਅਪੀਅਰੈਂਸ ਬੜੀ ਇੰਪੋਰਟੈਂਟ ਆ। ਧਰਮ ਬਾਹਰ ਦੀ ਗੱਲ ਕਰਦਾ ਹੀ ਨਹੀਂ, ਉਹ ਕਹਿੰਦਾ ਤੂੰ ਅੰਦਰੋਂ ਕਿੱਦਾਂ। ਅੱਛਾ, ਇੱਥੇ ਇੱਕ ਚੀਜ਼ ਹੈਗੀ ਆ, ਇੱਥੇ ਇੱਕ ਇਸ ਮੁਸ਼ਕਲ ਨੂੰ ਹੱਲ ਕਰਨ ਦਾ ਇੱਕ ਸੌਖਾ ਤਰੀਕਾ ਹੈਗਾ ਜੋ ਜਿਹੜੇ ਸਵਾਲ ਦਾ ਜਵਾਬ ਨਹੀਂ ਜੇ ਮਿਲਦਾ, ਗੁਰੂ ਗ੍ਰੰਥ ਸਾਹਿਬ 'ਚ ਲੱਭ ਲਓ। ਬਿਲਕੁਲ ਸਹੀ ਗੱਲ ਹੈ। ਤੁਹਾਡੇ ਮਨ ਨੇ ਆਰਾਮ ਨਾਲ ਮੰਨ ਲੈਣਾ, ਪਰ ਓਦਾਂ ਨਹੀਂ ਮੰਨਣਾ ਉਹਨੇ। ਉਹਨੂੰ ਕਨਵਿੰਸ ਕਰਨਾ ਬੜਾ ਔਖਾ ਹੈ, ਪਰ ਉਹਨੂੰ ਬਾਣੀ ਜਦੋਂ ਤਸਦੀਕ ਕਰਦੀ ਆ, ਇਹ ਵੀ ਮਨ 'ਚ ਵਿਚਾਰ ਪਾੜ ਦਿਓ ਕਿ ਜੇ ਤੁਸੀਂ ਮੰਨ ਗਏ ਤੇ ਦੁਨੀਆ ਮੰਨ ਜੂਗੀ। ਦੁਨੀਆ ਨਹੀਂ ਜੋ ਕਿਸੇ ਨੇ ਮੰਨਣਾ। ਹਾਂ ਬਿਲਕੁਲ ਸਹੀ ਗੱਲ ਹੈ। ਤੁਸੀਂ ਕਹੋਗੇ ਨਾ ਗੁਰੂ ਗ੍ਰੰਥ ਸਾਹਿਬ 'ਚ ਆਹ ਚੀਜ਼ ਲਿਖੀ ਆ, ਉਹ ਪਤਾ ਸਾਰਿਆਂ ਨੂੰ ਆ, ਪਰ ਉਹ ਮੰਨਣਾ ਨਹੀਂ ਕੁਝ ਚਾਹੁੰਦਾ। ਉਹਨਾਂ ਨੇ ਤਾਂ ਕਿਤੇ ਮਨਾਉਣ ਚੱਲ ਜਾਓ, ਉਹਨਾਂ ਨੇ ਤਾਂ ਗੁਰਖੀ ਸਾਹਿਬ ਉਹਦੇ ਤਾਂ ਹੋਰ ਹੀ ਅਰਥ ਕਰ ਦੇਣੇ ਆ ਉਸਦੇ, ਉਹਨਾਂ ਨੇ ਬਦਲ ਦੇਣਾ ਹੁਣ। ਨਿਜਰ ਸਾਹਿਬ ਵੇਖੋ, ਇੰਨੇ ਤੁਸੀਂ ਬ੍ਰਹਮ ਗਿਆਨੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ, ਇਹਨਾਂ ਦੀ ਬਾਣੀ ਪੜ੍ਹਨ ਤੋਂ ਪਤਾ ਲੱਗਦਾ ਕਿ ਕਿੰਨਾ ਵਿਰੋਧ ਸੀ ਇਹਨਾਂ ਦਾ। ਹਾਂ ਬਿਲਕੁਲ ਸਹੀ ਗੱਲ ਹੈ। ਤੇ ਹੁਣ ਵੇਖੋ ਕਿੰਨੀ ਦੁਨੀਆ ਭਰ ਦੇ ਚੇਲੇ, ਜਿਹਨਾਂ ਵਿਰੋਧ ਕੀਤਾ ਉਹ ਸਾਰੇ ਚੇਲੇ ਬਣ ਕੇ ਬੈਠੇ, ਹੁਣ ਕਮਾਈ ਹੋਣ ਡੈ ਪਈ ਉੱਥੋਂ। ਬਿਲਕੁਲ। ਔਰ ਫਿਰ ਹੁਣ ਉਦੋਂ ਤੇ ਸਾਰੇ ਬਰਖਲਾਫ ਸੀ, ਹੁਣ ਕਿਉਂ ਨਹੀਂ ਬੋਲਦੇ? ਕਿਉਂਕਿ ਹੁਣ ਉਹ ਉਹਨਾਂ ਨੂੰ ਪਤਾ ਇੱਥੇ ਦਾਲ ਫੁਲਕੇ ਦਾ ਸਾਧਨ ਬਣਿਆ। ਹੁਣ ਨਾਲੇ ਬਾਬੇ ਨੇ ਕਿਹੜਾ ਕੋਈ ਕਹਿਣਾ, ਗੁਰੂ ਨਾਨਕ ਪਾਤਸ਼ਾਹ ਨੇ ਕੁਝ ਕਹਿਣਾ? ਅਰਥ ਜਿੱਦਾਂ ਦੇ ਮਰਜ਼ੀ ਮੈਂ ਕੱਢ ਲਾਂ। ਬਿਲਕੁਲ। ਪਰ ਜਿੰਦਾ ਬੰਦੇ ਦੇ ਲਾਗੇ ਰਹਿਣਾ ਬੜਾ ਔਖਾ ਹੈ, ਤੇ ਰੌਲਾ ਪੈ ਜਾਂਦਾ। ਉਹਦੇ ਲਾਗੇ ਬਹਿ ਗਏ ਨਾ ਤੁਸੀਂ, ਉਹਨੇ ਤੁਹਾਡੇ ਅੰਦਰ ਕੰਪਨ ਪੈਦਾ ਕਰ ਦੇਣੀ, ਵਾਈਬ੍ਰੇਸ਼ਨ। ਤੁਸੀਂ ਦੇਖੋ ਆਪਾਂ ਨੂੰ ਕੋਈ ਗਾਲ ਕੱਢਦਾ, ਕਿੱਦਾਂ ਸਾਨੂੰ ਸੱਤੇ ਕੱਪੜੇ ਅੱਗ ਲੱਗਦੀ ਹੈ ਨਾ ਨਿੱਜਰ ਸਾਹਿਬ। ਬਿਲਕੁਲ। ਇਸੇ ਤਰ੍ਹਾਂ ਬਾਣੀ ਜਿਹੜਾ ਜਿੰਦਾ ਬੰਦਾ ਹੈ ਉਹਦੇ ਲਾਗੇ ਆਪਾਂ ਬਹਿੰਦੇ ਆ, ਫੇਰ ਬੜਾ ਰੌਲਾ ਪੈਂਦਾ ਅੰਦਰ ਤੁਹਾਡੇ ਤੇ। ਉਹ ਤੁਹਾਡਾ ਜਿਹੜਾ ਗਿਆਨ ਖੋਹ ਲੈਂਦੇ ਹੋ। ਬਿਲਕੁਲ ਖੋਹ ਲੈਂਦੇ ਆ, ਨਕਲੀ ਗਿਆਨ ਨੂੰ ਖੋਹ ਲੈਂਦੇ ਨੇ। ਕਿਉਂਕਿ ਗ੍ਰੰਥ 'ਚ ਆਪਾਂ ਜਦੋਂ ਪੜ੍ਹਦੇ ਆ, ਗ੍ਰੰਥ ਵੇਖੋ ਤੇ ਨਕਲੀ ਗਿਆਨ ਨੂੰ ਤੇ ਕਹਿੰਦਾ ਇੱਧਰ ਲਿਆ, ਆੜੇ ਰਜਿਸਟਰ ਚੱਕੀ ਫਿਰਦਾ ਇੱਧਰ ਸਾਨੂੰ ਦੇ ਜਾ ਪਹਿਲਾਂ ਤੇਰੀ ਜ਼ਿੰਦਗੀ ਦੀ ਮੁਸ਼ਕਿਲ ਹੀ ਇਹੋ ਹੈ ਜਿਹੜਾ ਨਾਲ ਲਈ ਫਿਰਦਾ, ਪਹਿਲਾਂ ਹਾਂ ਦੇ ਸਾਨੂੰ, ਫਿਰ ਗੱਲ ਕਰਦੇ ਆਪਾਂ। ਉਹ ਤਾਂ ਦੇਖ ਲਓ, ਕਿਸੇ ਨੇ ਹਾਰਮੋਨੀਅਮ ਸਿੱਖਣਾ ਹੈ, ਤਬਲਾ ਸਿੱਖਣਾ ਹੈ, ਪਹਿਲਾਂ ਜਿਹੜਾ ਹੈਗਾ ਉਹ ਕਹਿੰਦਾ ਵੀ ਜਿਹੜਾ ਸਿੱਧਾ ਬੰਦਾ ਜਾਂਦਾ ਹੈ, ਸਿੰਪਲ ਕਿਤੇ ਸਿੱਖਿਆ ਨਹੀਂ ਉਹਨੂੰ, ਉਹਦੇ ਲਈ ਘੱਟ ਪੈਸੇ ਕਹਿੰਦਾ, ਦੂਜੇ ਲਈ ਕਹਿੰਦਾ ਡਬਲ ਪੈਸੇ ਲੱਗਣੇ ਤੇਰੇ ਭਾਈ, ਤੂੰ ਤਾਂ ਬਥੇਰਾ ਕੁਛ ਸਿੱਖ ਕੇ ਆਇਆ ਪੁੱਠਾ ਸਿੱਧਾ, ਤੇਰਾ ਤਾਂ ਪਹਿਲਾਂ ਮਟਾਉਣਾ ਪੈਣਾ।
ਹਾਂ, ਉਹ ਜਿਹੜਾ ਤੇਰਾ ਉਹ ਹੁਣ ਕਹਿੰਦੇ ਇੱਕ ਸਲੇਟ ਖਾਲੀ ਆ, ਉੱਥੇ ਤੇ ਬੜਾ ਸੌਖਾ ਲਿਖਣਾ, ਪਰ ਜਿੱਥੇ ਸਲੇਟ ਪਹਿਲਾਂ ਭਰੀ ਆ ਤੁਸੀਂ ਅੱਧਾ ਘੰਟਾ ਲਾਓਗੇ, 15-20 ਮਿੰਟ ਨੂੰ ਸਾਫ਼ ਕਰਨ ਤੇ ਜਾਣਾ ਤੁਹਾਡੇ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਮੈਂ ਹਕੀਕਤ ਕਹਿ ਰਿਹਾ, ਮੈਂ ਬਿਲਕੁਲ ਇਹ ਫੈਕਟ ਆ। ਹਾਂ, ਤੇ ਇਸ ਕਰਕੇ ਸਾਧ ਸੰਗਤ ਜੀ ਵਿਚਾਰ ਕਰਿਆ ਕਰੋ, ਠੀਕ ਹੈ। ਇੱਕ ਇਹਨਾਂ ਲੋਕਾਂ ਤੋਂ ਬਚਣਾ, ਇਹ ਲੋਕ ਬੜੇ ਖਤਰਨਾਕ ਨੇ, ਬਾਣੀ 'ਚ ਖਾਸ ਕਰਕੇ ਸਮਝਾਇਆ ਗਿਆ। ਦੇਖੋ ਆਪਣਾ ਅਸੀਂ ਨਾ ਤੇ ਮੈਂ ਸੱਚ ਨੂੰ ਪ੍ਰਗਟ ਕਰ ਸਕਦਾ ਤੇ ਨਾ ਨਿੱਜਰ ਸਾਹਿਬ ਕਰ ਸਕਦੇ, ਕੋਈ ਨਹੀਂ ਕਰ ਸਕਦਾ। ਤੁਸੀਂ ਝੂਠ ਤੋਂ ਮੁਕਤ ਹੋ ਗਏ ਨਾ ਤੇ ਸੱਚ ਆਪੇ ਪ੍ਰਗਟ ਹੋ ਜਾਣਾ। ਹਾਂ, ਦੇਖੋ ਇਹ ਜਿੰਨੀ ਵੀ ਬਾਣੀ ਪੜੋਗੇ ਨਾ, ਬਾਣੀ 'ਚ ਕਿਤੇ ਨਹੀਂ ਕਹਿੰਦੇ ਸੱਚ ਨੂੰ ਪ੍ਰਗਟ ਕਰ ਸਕਦੇ, ਨਾਲੇ ਸਾਡੀ ਕੀ ਹੈਸੀਅਤ ਹੈ ਸੱਚ ਨੂੰ ਪ੍ਰਗਟ ਕਰ ਦਈਏ। ਬਿਲਕੁਲ ਅਸੀਂ ਥੋੜਾ ਜਿਹਾ ਬੋਲ ਸਕਦੇ ਹਾਂ, ਝੂਠ ਦੇ ਬਰਖਲਾਫ ਬੋਲ ਸਕਦੇ ਹਾਂ। ਨਿਜਰ ਸਾਹਿਬ ਬਿਲਕੁਲ ਸਹੀ ਹੈ, ਬਾਣੀ ਗਰੰਟੀ ਲੈਂਦੀ ਹੈ। ਗੁਰਕੀ ਸਾਹਿਬ ਇੱਕ ਚੀਜ਼ ਹੋ ਰਿਹਾ, ਕਹਿੰਦੀ ਤੂੰ ਇਸ ਪਾਸੇ ਲੱਗ ਗਿਆ, ਤੂੰ ਸਹੀ ਤਰੀਕੇ ਨਾਲ ਸਹੀ ਜਿਹੜਾ ਹੈਗਾ ਜਿਸ ਤਰ੍ਹਾਂ ਬਾਣੀ ਕਹਿ ਰਹੀ ਆ ਇਹ ਇਸ ਦੇ ਅਨੁਸਾਰ ਚੱਲ ਪਿਆ ਨਾ, ਤੇ ਤੇਰੇ ਅੰਦਰ ਜਿਹੜਾ ਹੈਗਾ ਚੇਂਜ ਜਿਹੜਾ ਇਮੀਡੀਏਟਲੀ ਆਉਣਾ ਲਾਜ਼ਮੀ ਹੈਗਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ, ਤੂੰ ਆਪਣੇ ਆਪ ਨੂੰ ਪੁੱਛ ਲਈ ਬਸ। ਹਾਂਜੀ ਹਾਂ, ਤੇਰਾ ਸਭ ਤੋਂ ਔਰ ਨੰਬਰ 2 ਇਹ ਸਾਧ ਸੰਗਤ ਜੀ ਇੱਕ ਸਭ ਤੋਂ ਵੱਡੀ ਗੱਲ ਜੋ ਤੁਹਾਡਾ ਜੀਵਨ ਉੱਪਰ ਜਾ ਰਿਹਾ ਥੱਲੇ ਜਾ ਰਿਹਾ ਨਾ, ਇਹਦਾ ਫੈਸਲਾ ਕਿਤੇ ਲੋਕਾਂ ਤੋਂ ਨਾ ਕਰਾਉਣ ਚੱਲ ਜਿਓ। ਹਾਂ, ਬਸ ਆਹੀ ਗੱਲ ਹੈ। ਇਹ ਵੀ ਬੜਾ ਵੱਡਾ ਪੰਗਾ ਜੋ ਲੋਕਾਂ ਨੇ ਝੂਠ ਕਹਿ ਦੇਣਾ ਜੋ ਤੁਹਾਡੇ ਲਈ ਤੁਸੀਂ ਬੜੇ ਵੱਡੇ ਧਾਰਮਿਕ ਇਨਸਾਨ, ਕਿਉਂਕਿ ਲੋਕੀ ਤੁਹਾਡਾ ਬਾਹਰਾ ਰੂਪ ਲੈਂਦੇ ਆ, ਬਾਹਰੋਂ ਦੇਖ ਲੈਂਦੇ ਮੇਰੇ ਵਰਗੇ ਨੂੰ ਕਿ ਉਹਨਾਂ ਕਹਿਣਾ ਬਈ ਬਹੁਤ ਵਧੀਆ ਬੰਦਾ, ਪਰ ਅੰਦਰੋਂ ਕੀ ਆ ਮੈਂ, ਇਹ ਤੇ ਮੈਨੂੰ ਪਤਾ ਨਾ। ਪਰ ਹੁਣ ਜੇ ਮੈਂ ਬੇਵਕੂਫ ਆਵਾਂ ਵੀ ਲੋਕਾਂ ਦੀ ਤਾਰੀਫ ਉਹਦੀ ਗੋਲੀ ਛਕ ਜਾ, ਪਰ ਉਹ ਬਾਣੀ ਮਨਾ ਕਰਦੀ ਆ। ਉਹ ਕਹਿੰਦੇ ਤੈਨੂੰ ਖੁਦ ਇਸ ਦੇ ਬਾਰੇ ਫੈਸਲਾ ਲੈਣਾ ਪਊ। ਫਿਰ ਕਬੀਰ ਜੀ ਕਲੇਮ ਕਰ ਲੈਂਦੇ ਨੇ, ਕਹਿੰਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਕਲੇਮ ਕਰਦੇ ਨੇ ਫਿਰ। ਬਿਲਕੁਲ, ਔਰ ਆਪਣੇ ਅੰਦਰ ਇਹ ਮਰਨਾ ਜਿਹੜਾ ਹੈਗਾ ਆਪਣੇ ਰੂਟੀਨ ਦੇ ਵਿੱਚ ਆਉਣਾ ਚਾਹੀਦਾ ਹੈ। ਜਿੰਨੀ ਪਕੜ ਆਪਣੀ ਹੈ ਆਕਾਰ ਦੇ ਨਾਲ, ਪਦਾਰਥਾਂ ਦੇ ਨਾਲ, ਸਵਾਦਾਂ ਦੇ ਨਾਲ, ਉਹਦੇ ਵਿੱਚੋਂ ਜੇ ਘਟਣਾ ਸ਼ੁਰੂ ਹੋ ਗਿਆ ਤੇ ਸਮਝ ਲਓ ਆਪਾਂ ਸਹੀ ਯਾਤਰਾ ਤੇ ਹੈਗੇ ਆ। ਜੇ ਨਹੀਂ ਘਟ ਰਿਹਾ ਤੇ ਪਿਆਰਿਓ ਆਪਾਂ ਜਿਹੜੇ ਹੈਗੇ ਬਿਲਕੁਲ ਜੋ ਕੰਮ ਕਰ ਰਹੇ ਹਾਂ ਉਹਨੂੰ ਦੁਬਾਰਾ ਆਪਾਂ ਰਿਵਾਈਜ਼ ਕਰੀਏ ਵੀ ਕਿੱਥੇ ਗਲਤੀ ਹੋ ਰਹੀ ਹੈ। ਹਾਂਜੀ ਗੁਰਕੀ ਸਾਹਿਬ ਬਿਲਕੁਲ ਸਹੀ ਹੈ। ਹਾਂਜੀ ਆਪ ਕਥਾ ਤੇ ਆ ਗਏ ਨੇ ਜੱਜ ਸਾਹਿਬ। ਹਾਂਜੀ ਹਾਂਜੀ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਕਹਿੰਦੇ ਸ਼ੁਰੂ 'ਚ ਤਾਂ ਗੱਡੀ ਜਿਹੜੀ ਹੈ ਪਹਿਲਾਂ ਤਾਂ ਮਾਇਆ ਵੱਲ ਨੂੰ ਜਿਹੜੀ ਗਤੀ ਤੇਰੀ ਇੰਨੀ ਤੇਜ਼ ਹੋ ਰਹੀ ਹੈ, ਬ੍ਰੇਕਾਂ ਲਾਏਗਾ ਤੇ ਕਿਤੇ ਜਾ ਕੇ ਰੁਕੂਗੀ ਔਰ ਫਿਰ ਯੂ ਟਰਨ ਲੈਣਾ ਹੈ ਤੂੰ। ਸਹਿਜ ਦੇ ਨਾਲ ਹੋਣੀ ਹੈ ਇਹ ਕੰਮ, ਇੱਕਦਮ ਪੜਾਕਾ ਨਹੀਂ ਪੈਣਾ ਵੀ ਉਹ ਮੈਂ ਜੀ ਗੁਰੂ ਵਾਲਾ ਹੋ ਗਿਆ ਜੀ, ਮੈਂ ਤਾਂ ਜੀ ਹੁਣ ਤਾਂ ਬਸ ਜਿਹੜਾ ਹੈਗਾ ਬਸ ਇੱਕਦਮ ਜਿਹੜਾ ਹੈਗਾ ਆਹ ਤਾਂ ਐਵੇਂ ਕੀੜੇ ਮਕੌੜੇ ਤੁਰੇ ਫਿਰਦੇ ਆ, ਇਹੋ ਜਿਹੀ ਗੱਲ ਕੋਈ ਨਹੀਂ ਹੋਣੀ ਪਾਏ। ਸਹਿਜ ਅਵਲ ਧੂੜ ਮਣੀ, ਧੂੜ ਦੇ ਵਿੱਚ ਹੀ ਲਿਬੜਿਆ ਹੋਇਆ ਹਾਲੇ ਇਨਸਾਨ, ਪੂਰੀ ਮੈਲ ਲੱਗੀ ਹੋਈ ਆ। ਉਹ ਹਾਲੇ ਤਾਂ ਪਤਾ ਲੱਗਿਆ ਵੀ ਉਹ ਇੱਧਰ ਮਣੀ ਹੈਗੀ ਆ, ਉੱਧਰ ਜਿਹੜਾ ਹੈਗਾ ਆਪਣੀ ਯਾਤਰਾ ਨਾਮ ਵੱਲ, ਨਾਮ ਪਦਾਰਥ ਵੱਲ ਨੂੰ ਜਿਹੜਾ ਹੈਗਾ ਆਪਾਂ ਨੇ ਚੁਆਇਸ ਕਰ ਲਿਆ, ਉੱਧਰ ਨੂੰ ਤੁਰਨਾ, ਗੱਡੀ ਉੱਧਰ ਨੂੰ ਮੋੜ ਲਈ। ਸਹਿਜ ਅਵਲ ਧੂੜ ਮਣੀ ਗਾਡੀ ਚਾਲਤੀ, ਪਿੱਛੇ ਤਿਨਕਾ ਲੈ ਕਰ ਹਾਂਕਤੀ। ਇਹਨੂੰ ਹੱਕਣਾ ਪੈਣਾ ਹੈ ਮਨ ਨੂੰ, ਜਿਹੜਾ ਇੰਨਾ ਜਨਮਾਂ ਦਾ ਸਵਾਦ ਇਹਦੇ ਚੋਗੇ ਵੱਲ ਨੂੰ ਤੁਰਦਾ ਫਿਰਦਾ ਹੈ, ਇੱਧਰ ਉੱਧਰ ਨੂੰ ਹਰੇ ਨੂੰ ਖਾਂਦਾ ਹੈ। ਜੈਸੇ ਪਨਕਤ ਥਰੂ ਟਿੱਟ ਹਾਂਕਤੀ, ਜਿਵੇਂ ਕੋਈ ਬਲਦਾਂ ਨੂੰ ਕੋਈ ਜਿਹੜਾ ਜੱਟ ਕਿਵੇਂ ਜ਼ਿਮੀਂਦਾਰ ਜਿਹੜਾ ਬੋਲਦਾ ਹੈ ਐਵੇਂ ਬੋਲਦਾ ਹੈ ਥਰੂ ਟਿੱਟ। ਜੈਸੇ ਪਨਕਤ ਥਰੂ ਟਿੱਟ ਹਾਂਕਤੀ, ਸਾਰੇ ਧੋਵਣ ਚਾਲੀ ਲਾਡਲੀ। ਕਹਿੰਦੇ ਲਾਡਲੀ ਹੁਣ ਜਿਹੜੀ ਹੈਗੀ ਆ ਇਹ ਹੋ ਗਿਆ ਦੇਖੋ ਗੁਰੂ ਦਾ ਲਾਡਲਾ ਜਿਹੜਾ ਹੈਗਾ, ਜਿਹੜੇ ਚੱਲ ਪਿਆ ਲਾਡਲਾ ਹੋ ਜਾਂਦਾ, ਰੱਬ ਦਾ ਵੀ ਲਾਡਲਾ ਹੋ ਗਿਆ ਔਰ ਗੁਰੂ ਦਾ ਵੀ ਲਾਡਲਾ ਹੋ ਗਿਆ, ਕਿਉਂਕਿ ਉਸ ਚੱਲ ਪਿਆ ਸਰੋਵਰ ਦੇ ਵੱਲ ਜਿਹੜਾ ਹੈਗਾ ਆਪਣੀ ਮੈਲ ਲਾਉਣ ਦੇ ਵਾਸਤੇ, ਜਿਹਦੇ ਵਾਸਤੇ ਮਾਲਕ ਨੇ ਦੁਨੀਆ ਬਣਾਈ ਆ, ਖੇਡ ਬਣਾਈ ਹੋਈ ਹੈ। ਰਹਾਓ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ, ਇਹਦੇ ਵਿੱਚ ਦੋ ਰਿਆ ਨਹੀਂ ਹੈ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੇਰਾ ਜੀਵਨ ਕਿੱਧਰ ਜਾ ਰਿਹਾ, ਕਿਉਂਕਿ ਉਹ ਪੱਥਰ ਆਉਣੇ ਤੁਹਾਡੇ ਅੱਗੇ, ਫਿਰ ਤੁਸੀਂ ਪੱਥਰ ਦੇ ਨਾਲ, ਜਿੱਦਾਂ ਹੁਣ ਤੁਸੀਂ ਨੋਰਮਲੀ ਤੇ ਆਪਾਂ ਕੀ ਕਰਦੇ ਹਾਂ, ਪੱਥਰ ਆਉਂਦਾ ਹੈ, ਭਲਵਾਨ ਤਗੜੇ ਹੁੰਦੇ ਨੇ, ਆਪਾਂ 2-3 ਧੌਲਾਂ ਖਾਂਦੇ ਸਾਈਡ ਤੇ ਹੋ ਜਾਂਦੇ ਆ। ਜਿੱਦਾਂ ਉਹ ਕਹਿੰਦੇ ਮੰਨ ਜਾਈਦਾ ਸੰਸਾਰ ਦੀ ਚਾਲ ਚੱਲਦੇ ਆਪਾਂ, ਪਰ ਉਹ ਕਹਿੰਦੇ ਭਗਤਾਂ ਦੀ ਚਾਲ ਨਾਲੀ ਬਿਖ ਮਾਰ ਕੇ ਚੱਲਣਾ। ਬਿਲਕੁਲ ਮਾਰ ਗਈ ਉਹਨਾਂ ਦਾ ਵੱਖਰਾ, ਭਗਤਾਂ ਦੀ ਚਾਲ ਨਾਲੀ ਵੱਖਰੀ ਨਾਲ। ਉਹ ਕਹਿੰਦੇ ਭੀੜ ਜਾਂਦੀ ਨੀ, ਇਕੱਲੇ ਤੁਰੇ ਫਿਰਦੇ। ਬਿਖਮ ਦਾ ਮਤਲਬ ਔਖਾ, ਤੇ ਔਖਾ ਤੇ ਸੱਚ ਦੇ ਨਾਲ ਹੀ ਚੱਲਣਾ ਵਾ। ਝੂਠ ਬਿਲਕੁਲ ਸਹੀ ਹੈ, ਝੂਠ ਦੇ ਨਾਲ ਚੱਲਣ ਚ ਕੀ ਪ੍ਰੋਬਲਮ? ਇੱਥੇ ਤੇ ਸੁੱਖ ਹੋ ਜਾਂਦੇ, ਮਿੰਟੋ ਮਿੰਟ ਜੋ ਮਰਜ਼ੀ ਬਣਾ ਲਓ ਤੁਸੀਂ, ਪਿੰਡ ਖਰੀਦ ਲਓ ਝੂਠ ਬੋਲ ਬੋਲ ਕੇ।
ਸੱਚ ਦੇ ਨਾਲ ਉਹਨਾਂ ਸਹੂਲਤ ਤੇ ਨਹੀਂ ਮਿਲਣੀ ਜੋ ਜਿੰਨੀ ਅਸਲ 'ਚ ਜਿੰਨੀ ਝੂਠ 'ਚ ਮਿਲਦੀ ਹੈ। ਪਰ ਇਹ ਹੈ ਕਿ ਡੀਸੈਂਟ ਜੀਵਨ ਮਿਲੂਗਾ ਤੁਹਾਨੂੰ। ਗੋਰਖੀ ਸਾਹਿਬ ਇਹਦਾ ਤਾਂ ਸਵਾਦ ਹੀ ਵੱਖਰਾ ਹੈ ਗੋਰਖੀ ਸਾਹਿਬ, ਇਹਦਾ ਤਾਂ ਦੂਜਾ ਤਾਂ ਮੁਕਾਬਲਾ ਹੀ ਨਹੀਂ ਕਰ ਸਕਦਾ ਇਹਦਾ ਜਿਹੜਾ ਹੈ ਨਾ ਜੀਵਨ। ਭਾਵੇਂ ਤੁਸੀਂ ਮੈਂ ਕਹਿੰਦਾ ਕਿ ਬਿਲਕੁਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਜਿਹੜਾ ਚੱਲ ਪਿਆ ਉਹਨੂੰ ਪਤਾ ਲੱਗਦਾ। ਇਹਦੀ ਕੀਮਤ ਬਹੁਤ। ਗੁਰੂ ਨਾਨਕ ਪਾਤਸ਼ਾਹ ਨੂੰ ਵੇਖੋ, ਉਹਨਾਂ ਨੇ ਬੜੇ ਪਕਵਾਨ ਦਿੱਤੇ, ਇੱਧਰ ਆਓ ਸਾਡੇ ਕੋਲ ਰੋਟੀ ਖਾਓ। ਉਹ ਕਹਿੰਦੇ ਨਹੀਂ, ਇਹ ਗਰੀਬ ਦੀ ਰੋਟੀ ਖਾਣੀ ਪਈ, ਜਿਹਨੇ ਮਿਹਨਤ ਕੀਤੀ। ਤੁਸੀਂ ਚੋਰ ਹੈਗੇ, ਠੱਗ ਹੈਗੇ, ਇਹ ਪੈਸਾ ਕਿੱਥੋਂ ਆਇਆ ਤੁਹਾਡੇ ਕੋਲ? ਤੇ ਅੱਜ ਕੇ ਸੰਤ ਨੂੰ ਕਹਿ ਦੋ ਹਾਂ ਇੱਥੇ ਚੜਾਵਾ ਚੜਾਉਣ ਲੱਗਾ ਫਲਾਨਾ ਇੱਕ ਬਲੈਕੀ ਹੈਗਾ, ਕੋਈ ਡਰੱਗਸ ਵੇਚਣ ਵਾਲਾ ਹੈ, ਤੇ ਉਹ ਕਹੂਗਾ ਕਿ ਤੂੰ ਕਿੱਥੋਂ ਪੈਸਾ ਲੈਂਦਾ? ਉਹਨੇ ਕਹਿੰਦਾ ਲੈ ਅੱਜ ਤੇ ਫੜਾ। ਉੱਥੇ ਜਾ ਕੇ ਜੋ ਮਰਜ਼ੀ ਕਰਾ ਲਓ, ਭਾਵੇਂ ਕਥਾ ਕਰਾ ਲਓ। ਉਹ ਤੋਂ ਨਾਨਕ ਪਾਤਸ਼ਾਹ ਤਾਂ ਨਹੀਂ ਕਰ ਰਹੇ। ਜਸਟ ਕਿਤੇ ਆਪਾਂ ਕਿਤੇ ਉਹਨਾਂ ਦੇ ਜੀਵਨ ਤੋਂ ਸੇਧ ਲਿਆ, ਆਪਾਂ ਗੱਲਾਂ ਸੁਣਦੇ ਹਾਂ ਜੀ ਇੰਝ ਨਹੀਂ ਇੰਝ, ਬਸ ਇਤਿਹਾਸਕਾਰ ਵੀ ਪਤਾ ਨਹੀਂ ਕੀ ਬੋਲੀ ਜਾਂਦੇ ਆ, ਪਰ ਉਹ ਉੱਥੇ ਪੁਆਇੰਟ ਬੜਾ ਤੜਾ। ਸਾਡੇ 'ਚ ਹੈ ਕੋਈ ਏਦਾਂ ਦਾ ਬੰਦਾ ਜਿਹੜਾ ਸੱਚ ਨਾ ਚੱਲੇ, ਉਧਰ ਕੋਈ ਮਤਲਬ ਝੂਠੇ ਵੱਲ ਨਾ ਜਾਵੇ? ਪਰ ਉਹ ਕਹਿੰਦੇ ਨਹੀਂ, ਨਹੀਂ ਜਾਣਾ ਤੂੰ, ਕਿਉਂਕਿ ਤੂੰ ਸਮਝ ਲਾ ਕਿ ਫਿਰ ਰੱਬ ਨੂੰ ਛੱਡਣ ਦਿਆਂ ਤੂੰ। ਆਪ ਜਸਟ ਸੋਚੋ, ਜਿਹੜਾ ਸੁਕਰਾਤ ਸੀ ਨਾ, ਹਾਂਜੀ ਹਾਂਜੀ, ਸੁਕਰਾਤ ਦੇ ਚੇਲੇ ਜਿਹੜੇ ਸਨ, ਉਹਨੇ ਸੁਕਰਾਤ ਨੇ ਇਹ ਸਿਖਾਇਆ ਸੀ, ਕਹਿੰਦਾ ਕਿ ਵੀ ਗੱਲ ਸੁਣ ਮੇਰੀ, ਤੁਸੀਂ ਮੇਰੀ ਗੱਲ ਸੁਣੋ, ਇਹ ਜਿਹੜੇ ਠੱਗ ਲੋਕ ਹੈਗੇ ਨੇ, ਚੋਰ ਹੈਗੇ ਨੇ, ਇੱਕ ਤੇ ਤੁਸੀਂ ਉਹਨਾਂ ਦੀ ਰਿਸਪੈਕਟ ਨਹੀਂ ਜੋ ਕਰਨੀ, ਨਾ ਉਹਨਾਂ ਨੂੰ ਸਲੂਟ ਮਾਰਨਾ। ਕਹਿੰਦਾ ਜਿਹੜਾ ਬੰਦਾ ਗਲਤ ਹੈ ਨਾ, ਉਹਦੀ ਬਿਲਕੁਲ ਹੀ ਉਹਦੀ ਸਾਈਡ ਨਹੀਂ ਲੈਣੀ। ਇਹ ਗੱਲ ਫਿਰ ਵੱਡੇ ਵੱਡੇ ਲੋਕਾਂ ਕੋਲ ਪਹੁੰਚ ਗਈ, ਬੜਾ ਰੌਲਾ ਪੈ ਗਿਆ। ਪਰ ਅਸੂਲਨ ਤੌਰ ਤੇ ਉਹ ਗੱਲ ਬੜੀ ਗਹਿਰੀ ਕਰ ਗਏ ਨੇ। ਉਹ ਕਹਿੰਦੇ ਨੇ ਕਿ ਇਹਨਾਂ ਬੰਦਾ ਚੋਰਾਂ ਨੂੰ ਤੁਸੀਂ ਹੁਣ ਇੱਥੇ ਵੇਖੋ, ਇੰਨੇ ਠੱਗ ਲੋਕ ਨੇ, ਮਹਾ ਠੱਗ, ਤੇ ਥੋੜਾ ਜਿਹਾ ਕਹਿੰਦੇ ਆ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹ ਕਿੱਦਾਂ ਲੋਕੀ ਗੱਡੀ ਤੇ ਚੜਨ ਤੱਕ ਜਾਂਦੇ ਆ, ਪਤਾ ਨਹੀਂ ਜਿੱਦਾਂ ਉਹਨੇ ਨਾਲ ਕੁਰਸੀ ਤੇ ਬਾਹ ਦੇਣਾ ਹੁੰਦਾ। ਪਰ ਲੋਕੀ ਵੀ ਉਹੀ ਉਹ ਗੱਲ ਕਿਉਂ ਚਾਹੁੰਦੇ ਕਿ ਸ਼ਾਇਦ ਸਾਨੂੰ ਵੀ ਇੱਕ ਦੋ ਬੋਟੀਆਂ ਮਿਲ ਜਾਣ। ਬਿਲਕੁਲ ਸਹੀ ਗੱਲ ਹੈ। ਤੇ ਕਹਾਣੀ ਤੇ ਉਹੀ ਆ, ਸ਼ਕਤੀ ਚਾਹੁੰਦਾ ਬੰਦਾ, ਹੋਰ ਕੀ ਚਾਹੁੰਦਾ? ਸ਼ਕਤੀ ਦੇ ਲਾ ਕੇ ਹੈ। ਉਹ ਜਿੱਦਾਂ ਕਹਿੰਦਾ ਸੀ ਕਾਂ ਹੀ, ਤੇ ਕਾਂ ਆਪਣੀ ਮਾਂ ਨੂੰ ਕੰਪਲੇਨ ਕਰਦਾ, ਕਹਿੰਦਾ ਮਾਂ ਪਤਾ ਨੀ ਕੀ ਗੱਲ ਹੈ, ਬੜੀ ਦੁਨੀਆ ਮੇਰੇ ਪਿੱਛੇ ਪੈਂਦੀ ਆ, ਮੇਰਾ ਤਾਂ ਜੀਣਾ ਆਰਾਮ ਕੀਤਾ। ਉਹ ਕਹਿੰਦੇ ਪੁੱਤ ਤੇਰੇ ਪਿੱਛੇ ਕੁਛ ਨੀ ਪਿਆ, ਤੇਰੇ ਮੂੰਹ 'ਚ ਮੀਟ ਦਾ ਪੀਸ ਆ, ਜਿਹਦੇ ਕਰਕੇ ਭੱਜੇ ਫਿਰਦੇ, ਇਹਨੂੰ ਸੁੱਟ ਦੇ। ਉਹਨੇ ਸੁੱਟਤਾ ਤੇ ਉਹਦੇ ਉਹ ਕਾਂ ਵੱਲ ਕੋਈ ਵੇਖਿਆ ਹੀ ਨਾ। ਬਿਲਕੁਲ। ਉਹ ਜਿਹਨੇ ਚੁੱਕ ਲਿਆ ਫਿਰ ਉਹਦੇ ਪਿੱਛੇ ਭੱਜ ਪਏ। ਸੰਸਾਰ ਤੇ ਏਦਾਂ ਹੀ ਕਰਦਾ। ਬਿਲਕੁਲ ਸਹੀ ਹੈ। ਇਹ ਦੁਨੀਆ ਏਦਾਂ ਹੀ ਕਰਦੀ ਹੈ। ਕੁਰਸੀ ਜਿਹਦੇ ਕੋਲ ਹੈਗੀ ਆ, ਦੁਨੀਆ ਸਾਰੀ ਕਹਿੰਦੀ ਹੈ ਬਹੁਤ ਮਾੜਾ, ਜਦੋਂ ਉਹ ਸਾਈਡ ਤੇ ਹੋ ਜਾਂਦਾ ਉਹਨੂੰ ਕਿਤੇ ਛੱਡੋ। ਹੁਣ ਜਿਹੜਾ ਉੱਤੇ ਬੈਠਾ ਉਹ ਮਾੜਾ ਕਿ ਕਿਸੇ ਤਰੀਕੇ ਨਾਲ ਥੋੜੀ ਬਹੁਤੀ ਕਰਕੇ ਕਹਾਣੀ ਪਾਉਣ ਫਿਰਦੇ ਕਿ ਅਸੀਂ ਉਹ ਕੁਰਸੀ ਤੇ ਚੜ ਜੀ। ਸੋ ਇਹ ਸੰਸਾਰ ਦਾ ਨਿਯਮ ਹੈ। ਠੀਕ ਹੈ। ਕਹਿੰਦੇ ਹੁਣ ਜਿਹੜਾ ਇਹ ਸੰਸਾਰ ਆ, ਇਹਨੂੰ ਆਪਾਂ ਬਿਲਕੁਲ ਹੀ ਇਹਨੂੰ ਇਸੇ ਦੇ ਰੂਪ 'ਚ ਵੇਖਣਾ, ਇਹਦੀ ਨਿੰਦਿਆ ਨਹੀਂ ਕਰਨੀ, ਕਿਉਂਕਿ ਇਹ ਵੀ ਇੱਕ ਹਿੱਸਾ ਵਾ ਪ੍ਰਕਿਰਤੀ ਦਾ। ਕਿਉਂਕਿ ਆਪਾਂ ਜੇ ਸੋਚੀਏ ਕਿ ਅਗਲਾ ਕੀੜਾ ਮਕੌੜਾ ਹੈ, ਉਹ ਚੋਰ ਆ, ਠੱਗ ਆ, ਠੀਕ ਹੈ ਉਹ ਠੱਗ ਹੈਗੇ ਆ, ਪਰ ਅਸੀਂ ਉਹਨੂੰ ਆਪਣੀ ਜ਼ਿਆਦੀ ਸ਼ਕਤੀ ਨਹੀਂ ਦੇਣੀ। ਕਿਉਂ? ਦੇਖੋ ਪਤਾ ਕੀ ਹੈ, ਆਪਾਂ ਚੀਜ਼ ਦੇਖੀ, ਆਪਾਂ ਕਿਤੇ ਨੋਟਿਸ ਕੀਤਾ ਕਿ ਆਪਾਂ ਸਵੇਰੇ ਉੱਠਦੇ ਹਾਂ, ਕਈ ਬੱਚੇ ਵੇਖੋ ਪੈਰ ਲਾਉਂਦੇ ਨੇ, ਕਈ ਆਪਣੇ ਹੱਥਾਂ ਨੂੰ ਆਪਣੇ ਮੂੰਹ ਨੂੰ ਲਾਈ ਜਾਂਦੇ ਨੇ, ਐਵੇਂ ਨਾਸਾਂ ਚੁੰਗਲਾਂ ਮਾਰਦੇ ਨੇ, ਜਾਂ ਸਰੀਰ ਦਾੜੀ ਨੂੰ ਫੜੀ ਜਾਂਦੇ ਨੇ, ਕੁਛ ਨਾ ਕੁਛ ਕਰੀ ਜਾਂਦੇ ਨੇ, ਜਾਂ ਨਹੁੰ ਟੁੱਕੀ ਜਾਂਦੇ ਨੇ, ਜਾਂ ਕਈ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ, ਬਹੁਤ ਗੱਲਾਂ ਕਰਦੇ ਨੇ। ਅਸਲ 'ਚ ਪਤਾ ਕਿਉਂ ਉਹ ਏਦਾਂ ਕਰਦੇ ਨੇ? ਉਹਨਾਂ ਵਿਚਾਰਿਆਂ ਕੋਈ ਸ਼ਕਤੀ ਕੰਟਰੋਲ ਨਹੀਂ ਹੁੰਦੀ। ਸਰਪਲਸ એનર્ਜੀ ਹੈ ਨਾ। ਦੇਖੋ એનર્ਜੀ ਦਾ ਮਤਲਬ ਕੀ ਹੈ ਕਿ ਆਈਡਲ ਛੱਡ ਦਿਓ। ਸਾਧਨਾ ਦਾ ਮਤਲਬ ਕੀ ਹੈ ਕਿ ਤੁਹਾਡੀ એનર્ਜੀ ਜਿਹੜੀ ਹੈ ਨਾ, ਉਹਨੂੰ ਅਕਿਰਿਆ 'ਚ ਲੈ ਆਉਣਾ, ਸਹਿਜ 'ਚ ਲੈ ਆਉਣਾ। ਜੇਕਰ ਤੁਸੀਂ ਚਾਹੋ ਤੇ ਕੰਮ ਹੋਵੇ, ਜੇਕਰ ਤੁਸੀਂ ਨਹੀਂ ਕਰਨਾ ਚਾਹੁੰਦੇ ਤੇ ਕੁਛ ਨਾ ਹੋਵੇ। ਧਿਆਨ ਤੇ ਸਿਮਰਨ ਦਾ ਮਤਲਬ ਇੰਨਾ ਜੇ ਬਸ। ਬਿਲਕੁਲ ਸਹੀ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਹੈ। ਆਟੋ ਪਾਇਲਟ ਨਾਲ ਤੁਸੀਂ ਕਰੋ ਤੇ ਜੋ ਮਰਜ਼ੀ ਕਰੀ ਜਾਓ। ਉਹ ਕਹਿੰਦੇ ਸੰਤ ਕੌਣ ਆ? ਉਹ ਕਹਿੰਦਾ ਸੰਤ ਅੱਗੋਂ ਬੋਲਣ ਦਿਆ, ਕਹਿੰਦਾ ਭੁੱਖ ਲੱਗਦੀ ਤੇ ਮੈਂ ਰੋਟੀ ਖਾ ਲੈਂਦਾ, ਨੀਂਦ ਆਈ ਤੇ ਮੈਂ ਸੌਂ ਜਾਂਦਾ। ਕਹਿੰਦਾ ਜਦੋਂ ਮੈਂ ਪਾਣੀ ਭਰਦਾ ਤੇ ਮੈਂ ਪਾਣੀ ਭਰਦਾ ਵਾਂ। ਕਹਿੰਦਾ ਜਦੋਂ ਮੈਂ ਲੱਕੜਾਂ ਕੱਟਦਾ ਤੇ ਮੈਂ ਲੱਕੜਾਂ ਕੱਟਦਾ ਵਾਂ। ਕਹਿੰਦਾ ਮੈਂ ਜਦੋਂ ਨਹਾਉਣਾ ਤੇ ਮੈਂ ਨਹਾਉਣਾ ਵਾਂ, ਤੇ ਜਦੋਂ ਮੈਂ ਕਹਿੰਦਾ ਖਾਂਦਾ ਨਾ ਤੇ ਮੈਂ ਕੱਲਾ ਖਾਂਦਾ ਵਾਂ। ਕੁਛ ਦੂਜਾ ਕੰਮ ਨਹੀਂ ਹੋਊਗਾ, ਇੱਕੋ ਹੀ ਕੰਮ। ਇਹੋ ਹੀ ਹੈ ਨਿਜਰ ਸਾਹਿਬ ਆਖਰੀ ਅਵਸਥਾ। ਕਿਉਂਕਿ ਸੰਪੂਰਨ ਤੇ ਉਹ ਅਸੀਂ ਡਿਵਾਈਡਡ ਆ। ਜਿੰਨਾ ਮੈਂ ਵੰਡਿਆ ਵਾ ਉਹਨਾਂ ਮੈਂ ਕਮਜ਼ੋਰ ਆ। ਜਿੰਨਾ ਮੈਂ ਸ਼ਕਤੀ, ਦੇਖੋ
ਆ ਲੇਜ਼ਰ ਜਿਹੜੀ ਹੁੰਦੀ ਆ ਨਜਰ ਸਾਹਿਬ ਸ਼ਕਤੀ ਨੂੰ ਇਕੱਠਾ ਹੀ ਕੀਤਾ ਹੁੰਦਾ ਉਹਨਾਂ ਨੇ, ਬਿਲਕੁਲ ਇਕੱਠਾ ਕੀਤਾ ਹੁੰਦਾ। ਕਿੰਨੀ ਦੂਰ ਤੱਕ ਵੇਖੋ। ਉਸ ਦਿਨ ਮੈਂ ਰਿਕਾਰਡਿੰਗ ਪਾਈ ਸੀ ਕਿਸੇ ਨੇ, ਕਹਿੰਦਾ ਕਿ ਜੇ ਤੇ ਤੁਸੀਂ ਗੋਲੀ ਹੱਥ ਨਾਲ ਸੁੱਟੋ ਤੇ ਬੜੀ ਮੁਸ਼ਕਿਲ ਨਾਲ 20-25 ਫੁੱਟ 30 ਫੁੱਟ ਚੱਲ ਜੂ, 40-50 ਚੱਲ ਜੂ। ਕਹਿੰਦਾ ਜਦੋਂ ਗੋਲੀ ਨੂੰ ਉਹ ਛੋਟੀ ਜਿਹੀ ਬੈਰਲ ਚ ਪਾ ਦਿੱਤਾ ਜਾਂਦਾ ਤੇ ਮਗਰ ਫਿਰ ਵੇਖੋ ਉਹ ਕਿੰਨੀ ਦੂਰ ਸ਼ੂਟ ਕਰਦੀ, ਕਿਉਂਕਿ ਸ਼ਕਤੀ ਨੂੰ ਇਕੱਠਾ ਕਰ ਲਿਆ। ਸੋ ਇਸੇ ਤਰ੍ਹਾਂ ਜਦੋਂ ਆਪਾਂ ਆਪਣੀ ਸੁਰਤੀ ਨੂੰ ਇਕੱਠਾ ਕਰਦੇ ਆ ਨਾ, ਤੇ ਇਹ ਸੁਰਤੀ ਕਰਦੀ ਹੈ ਵਿਚਾਰ ਮੰਡਲ ਤੋਂ ਅੱਗੇ ਲੰਘ ਜਾਂਦੀ ਆ, ਬ੍ਰਹਮ ਚ ਚਲ ਜਾਂਦੀ। ਪਰ ਦੇਖੋ ਉੱਥੇ ਬ੍ਰਹਮ ਦੇ ਵਿੱਚ ਨਾ ਤੇ ਹਿੰਦੂ ਜਾ ਸਕਦਾ, ਨਾ ਸਿੱਖ ਜਾ ਸਕਦਾ, ਨਾ ਈਸਾਈ ਜਾ ਸਕਦਾ, ਨਾ ਮੁਸਲਮਾਨ ਜਾ ਸਕਦਾ। ਉੱਥੇ ਕੌਣ ਜਾ ਸਕਦਾ? ਨਥਿੰਗਨੈਸ ਚ, ਨਥਿੰਗ ਹੀ ਜਾ ਸਕਦਾ। ਤੁਸੀਂ ਜੋ ਬਣ ਕੇ ਗਏ ਨਾ ਤੇ ਪਲੀਜ਼ ਉੱਥੇ ਜਾ ਹੀ ਨਹੀਂ ਸਕਦੇ। ਤੁਸੀਂ ਉੱਥੇ ਜਾਓਗੇ, ਉੱਥੇ ਜਗ੍ਹਾ ਹੀ ਨਹੀਂ ਗੀ, ਤੁਹਾਨੂੰ ਆਪਣਾ ਨਾਮ ਵੀ ਛੱਡਣਾ ਪੈਣਾ ਉੱਥੇ। ਕਿਉਂ? ਬਹੁਤ ਬਰੀਕ ਹੈ ਉੱਥੇ, ਹੋਰ ਤੇ ਬੜਾ ਕੁਝ ਉੱਥੇ, ਉਹ ਲੰਘ ਨਹੀਂ ਸਕਦਾ। ਉਹ ਜਿਹੜਾ ਵੀ ਹੈਗਾ ਉਹ ਜਾਲੀ ਬਹੁਤ ਫਿਲਟਰ ਆ। ਉੱਥੇ ਉਹੀ ਤੁਹਾਡੀ ਸੁਰਤੀ ਹੀ ਜਾ ਸਕਦੀ ਆ। ਜਦੋਂ ਤੁਸੀਂ ਸਮਾਧੀ ਲੀਨ ਹੋ ਜਾਂਦੇ ਜੋ, ਵੇਖੋ ਉੱਥੇ ਤੁਹਾਡੇ ਨਾਲ ਕੁਛ ਨਹੀਂ ਲੱਗਾ। ਉੱਥੇ ਜਦੋਂ ਕੁਛ ਲੱਗ ਗਿਆ ਨਾ, ਤੁਸੀਂ ਨਾਲ ਹੀ ਸਮਾਧੀ ਚੋਂ ਬਾਹਰ ਆ ਜਾਂਦੇ ਹੋ। ਬਿਲਕੁਲ ਸਹੀ ਗੱਲ ਹੈ। ਇੱਕ ਛਣ ਤੇ ਲੱਗਦਾ। ਫਿਰ ਕਬੀਰ ਜੀ ਕਹਿੰਦੇ ਆ ਕਿ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਜਦੋਂ ਮੈਂ ਹੋ ਗਿਆ, ਮਤਲਬ ਵਿਚਾਰ ਆ ਗਿਆ, ਤੇ ਨਾਲ ਹੀ ਵਿਚਾਰ ਨੇ ਮੈਨੂੰ ਆਤਮਾ ਚੋਂ ਬਾਹਰ ਕੱਢ ਲੈਣਾ। ਬਿਲਕੁਲ ਮੇਰੀ ਸੁਰਤੀ ਨੂੰ। ਤੇ ਜਦੋਂ ਤੂੰ ਆ ਫਿਰ ਮੈਂ ਨਹੀਂ ਆ, ਹੁਣ ਵਿਚਾਰ ਨਹੀਂ ਹੈਗਾ ਤੇ ਮੈਂ ਵੀ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਸੁਖਾਪਤੀ ਅਵਸਥਾ ਦੀ ਗੱਲ ਕਰਦੇ ਨੇ, ਹੁਣ ਜਾਗਰਤ ਚ ਤੁਰੀਆ ਦੀ ਗੱਲ ਕਰਦੇ ਆ। ਸੁਖਾਪਤੀ ਚ ਆਪਾਂ ਬ੍ਰਹਮ ਲੀਨ ਆ, ਪਰ ਆਪਾਂ ਬੇਹੋਸ਼ ਆ ਉਦੋਂ, ਸਾਨੂੰ ਪਤਾ ਕੁਛ ਨਹੀਂ ਆ। ਮੈਨੂੰ ਨਹੀਂ ਪਤਾ ਮੇਰੀ ਮਾਂ ਕੌਣ, ਮੇਰਾ ਭੈਣ ਭਰਾ, ਮੇਰੀ ਪਤਨੀ, ਮੇਰੇ ਬੱਚੇ, ਮੈਂ ਕੌਣ ਆ, ਮੈਨੂੰ ਕੁਛ ਨਹੀਂ ਪਤਾ। ਪਰ ਤੁਰੀਆ ਚ ਮੈਂ ਚੇਤਨ ਬੈਠਾ, ਸਾਰਾ ਉੱਥੇ ਹੈਗਾ। ਮਨ ਉੱਥੇ ਆ, ਬੁੱਧੀ ਉੱਥੇ ਹੈ, ਚਿੱਤ ਉੱਥੇ ਹੈ, ਹਉਮੈ ਉੱਥੇ ਹੈ, ਸਭ ਕੁਛ ਹੈਗਾ। ਪਰ ਸਾਰੇ ਕੀ ਆ? ਸੁਇਚ ਆਫ ਕੀਤੇ ਹੋਏ ਨੇ। ਬਿਲਕੁਲ, ਬਹੁਤ ਵਧੀਆ। ਔਰ ਉਸ ਅਵਸਥਾ ਚ ਫਿਰ ਤੁਰੀਆ ਚ ਕਹਿੰਦੇ ਤੂੰ ਬ੍ਰਹਮ ਨੂੰ ਦੇਖ ਲੈ, ਬਸ ਗੱਲ ਖਤਮ। ਬ੍ਰਹਮ ਤੇ ਤੋਂ ਦੂਰ ਥੋੜੀ ਹੈਗਾ। ਕਹਿੰਦਾ ਰੱਬ ਤੇ ਇੱਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਕਿਉਂ? ਕਿਉਂਕਿ ਉਹ ਵੇਖਣ ਵਾਲੀ ਅੱਖ ਜਿਹੜੀ ਆ ਉਹ ਸਾਡਾ ਤੀਜਾ ਨੇਤਰ ਆ ਅੰਦਰ, ਜਿਹਨੂੰ ਸੁਰਤੀ ਕਹਿੰਦੇ ਆਪਾਂ। ਸੁਰਤੀ ਦੇ ਰਾਹੀਂ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ। ਮਨ ਮੁਨ ਜਿਹੜੇ ਹੈਗੇ ਆ, ਜਦੋਂ ਮਨ ਪ੍ਰਗਟ ਹੋ ਗਿਆ ਤੁਸੀਂ ਫਿਰ ਸੰਸਾਰ ਚ ਆ ਜਾਂਦੇ ਜੀ। ਇਹ ਜੜ ਦੀ ਗੱਲ ਹੋ ਜਾਂਦੀ ਆ। ਅਨਮਨੀ ਅਵਸਥਾ, ਸਹਿਜ ਅਵਸਥਾ, ਇਹ ਸਭ ਸੁਰਤੀ ਦੀ ਅਵਸਥਾ ਹੈ, ਜਿੱਥੇ ਸਭ ਕੁਝ ਰੁਕ ਗਿਆ। ਐਵਰੀਥਿੰਗ ਸਟਾਪ। ਤੁਸੀਂ ਖੁਦ ਹੀ ਬੰਦ ਕਰਨਾ ਹੈ। ਸਾਧਨਾ ਦੇ ਨਾਲ ਕੀ ਕਰ ਰਹੇ ਜੋ? ਹਰ ਦਿਨ ਤੁਸੀਂ ਕੁਛ ਨਾ ਕੁਛ ਤੋੜ ਰਹੇ ਜੋ। ਆ ਵੇਖਿਆ ਨੇ ਡੰਡਾ ਮਾਰ ਕੇ ਕਹਿੰਦੇ ਤੁਸੀਂ ਬਲਦ ਨੂੰ ਆਕਣਾ ਵਾ। ਤੇ ਉਸ ਦਿਨ ਵੀ ਕਹਿੰਦੇ ਸੋ ਮੁੱਲਾ ਜੋ ਮਨਸੋ ਲੜਾ। ਹਾਂ, ਉਹ ਮੁੱਲਾ ਕਿਹੜਾ? ਮਨ ਨਾਲ ਲੜੋ। ਮਨ ਨਾਲ ਲੜਨ ਦਾ ਕਿਹੜਾ ਤਰੀਕਾ ਹੈ? ਇਹੋ ਹੀ। ਇਹ ਕਹਿੰਦਾ ਖੱਬਾ ਪੈਰ ਚੁੱਕ, ਉਹਨੂੰ ਕਿਹਾ ਭਰਾਵਾ ਮੈਂ ਸੱਜਾ ਚੁੱਕਣਾ। ਗੁਰੂ ਗ੍ਰੰਥ ਸਾਹਿਬ ਤੇ ਕਹਿੰਦਾ ਸੱਜਾ ਚੁੱਕ। ਤੂੰ ਮਾਮਾ ਆਪਣਾ ਘੋੜਾ ਭਜਾਈ ਜਾ, ਨਹੀਂ ਚੁੱਕਦਾ ਮੈਂ ਖੱਬਾ, ਕੀ ਕਰ ਲੇਗਾ? ਇਹਨੇ ਕਹਿਣਾ ਤੂੰ ਭੁੱਖਾ ਮਰ ਜਾਏਗਾ। ਓਏ ਤੈਨੂੰ ਪਤਾ ਚਰਨਜੀਤ, ਅੱਜ ਤੋਂ 10 ਸਾਲ ਬਾਅਦ ਤੇਰੇ ਕੋਲ ਪੈਸਾ ਨਹੀਂ ਬਚਣਾ। ਤੇ ਉਹਨੂੰ ਕਹੋ ਕਿ ਭਰਾਵਾ 84 ਲੱਖ ਜੂਨ ਬੈਠੀ ਆ, ਸਾਰਿਆਂ ਨੂੰ ਰਿਜ਼ਕ ਪਹੁੰਚਣ ਦਿਆ। 5-5, 6-6 ਹਜ਼ਾਰ ਮੀਟਰ ਤੇ ਥੱਲੇ ਜੀਵ ਬੈਠੇ ਨੇ, ਉਹਨਾਂ ਦਾ ਦਾਲ ਫੁਲਕਾ ਪਹੁੰਚਣ ਦਿਆ, ਤੇ ਮੈਨੂੰ 2 ਵਕਤ ਦੀ ਰੋਟੀ ਨਾ ਮਿਲੂ। ਤੂੰ ਮੈਨੂੰ ਸ਼ਦਾਈ ਬਣਾਉਂਦੇ ਆ। ਉਹਨੂੰ ਸਮਝਾਓ, ਉਹਨੂੰ ਕਨਵਿੰਸ ਕਰੋ। ਉਹਨੂੰ ਕਹਿ ਕਿ ਇਹ ਜਿਹੜਾ ਸੂਰਜ ਘੁੰਮਣ ਦਿਆ ਇਹ ਤੂੰ ਬਣਾਇਆ, ਇਹ ਧਰਤੀ ਨੂੰ ਤੂੰ ਘੁਮਾਉਂਦੇ ਆ, ਇਹ ਦਿਨ ਰਾਤ ਕਿੰਨੇ ਸੈੱਟ ਕੀਤੇ ਨੇ। ਤੇਰਾ ਦਿਮਾਗ ਨਹੀਂ ਕੰਮ ਕਰਦਾ। ਅੱਖਾਂ ਦਾ ਡਿਜ਼ਾਈਨਰ ਕੌਣ ਆ? ਇੱਕ ਛੋਟੇ ਜਿਹੇ ਸ਼ੁਕਰਾਣੂ ਦੇ ਵਿੱਚ ਐਡਾ ਵੱਡਾ ਸਰੀਰ, ਹਾਥੀ, ਪਤਾ ਨਹੀਂ ਕੀ ਕੁਝ ਪਾਏ ਨੇ, ਤੇ ਤੂੰ ਮੈਨੂੰ ਐਵੇਂ ਹੀ ਡਰਾਈ ਜਾਂਦੇ ਆ। ਜੇ ਮੇਰੀ ਕਰਮਾਂ ਚ ਭੁੱਖਾ ਮਰਨਾ ਲਿਖਿਆ ਤੇ ਜਾਂ ਮੈਂ ਭੁੱਖਾ ਮਰ ਜਾਊਂਗਾ, ਕੀ ਹੋ ਗਿਆ? ਉਹ ਕਹਿੰਦੇ ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸੇ। ਸਹੀ ਗੱਲ ਆ। ਉਹਨੂੰ ਕਹਿੰਦੇ ਨਹੀਂ ਛੱਡਦਾ ਮੈਂ, ਕੀ ਕਰ ਲੈਂਗਾ ਦੱਸ, ਕੀ ਹੋ ਜਾਊਗਾ ਮੇਰਾ? ਏਦਾਂ ਤੇ ਫਿਰ ਸਾਰੇ ਹੀ ਆਪਾਂ ਸਾਰੇ ਮੁਸਲਮਾਨ ਬਣ ਜਾਣਾ ਸੀ, ਜੇਕਰ ਉਹ ਡਰਦੇ ਮਾਰੇ ਉੱਥੇ ਨਾ ਜਾਂਦੇ। ਹੈਗੇ ਨੇ ਜੀ ਸਾਹਿਬ? ਬਿਲਕੁਲ। ਕੰਮ ਤੇ ਔਖਾ ਹੀ ਆ। ਆਖਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਆ। ਇਹਦੇ ਕਰਕੇ ਆ ਗਿਆਨ ਬੈਠਾ, ਉਹ ਤੇ ਕੁਦਰਤ ਜਾਣਦੀ ਆ। ਜੇ ਨਾ ਕੁਰਬਾਨੀ ਹੁੰਦੀ ਤੇ ਆਪਾਂ ਵੀ ਕਿੱਥੇ ਹੁੰਦੇ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਆ ਲੋਕਾਂ 'ਚ ਥੋੜੀ ਜਿਹੀ ਅਣਖ ਜਾਗੀ ਆ, ਥੋੜੇ ਜਿਹੇ ਹੁਣ ਹਿੱਲੇ ਆ। ਲੋਕਾਂ ਨੂੰ ਪਤਾ ਲੱਗਾ ਕਿ ਵੋਟਾਂ ਥੋੜੀ ਦਿਮਾਗ ਨਾਲ ਦੇਣੀਆਂ, ਥੋੜਾ ਗਿਆਨ ਵਧਿਆ। ਇਹ ਤੇ ਲੋਕੀ ਤੇ ਸ਼ਰਾਬ ਦੀ ਬੋਤਲ ਬਦਲੇ ਵੋਟਾਂ ਪਾਈ ਜਾਂਦੇ। ਹੁਣ ਲੋਕੀ ਰੌਲਾ ਪਾਈ ਜਾਂਦੇ, ਧਰਨੇ ਲਾਉਂਦੇ ਆ। ਜਦੋਂ ਵੋਟ ਹੀ ਸਹੀ ਤਰੀਕੇ ਨਾਲ ਪਾਈ ਹੋਵੇ ਤੇ ਚੰਗਾ ਬੰਦਾ ਅੱਗੇ ਆਵੇ। ਅਗਲੇ ਤੇ ਕਹਿੰਦੇ ਪੈਸੇ ਦੇ ਕੇ ਵੋਟਾਂ ਲਈਆਂ ਪਈ ਤੁਹਾਡੀਆਂ,
ਉਦੋਂ ਸ਼ਰਾਬਾਂ ਦੀਆਂ ਪੇਟੀਆਂ ਤੁਸੀਂ ਖੜੀਆਂ, ਚਿਕਨ ਮਟਨ ਤੁਸੀਂ ਖਾਧਾ, ਉਹ ਤੇ ਬਰਾਬਰ ਹੋ ਗਿਆ ਕੰਮ ਨਿਜਰ ਸਾਹਿਬ। ਬਿਲਕੁਲ ਸਹੀ ਹੈ। ਤੇ ਉਹ ਹਿਸਾਬ ਇਹ ਕਹਿਣ ਤੋਂ ਭਾਵ ਹੈ ਕਿ ਹੁਣ ਲੋਕਾਂ 'ਚ ਜਾਗਰਤ ਆਊਗੀ, ਲੋਕੀ ਇਕੱਠੇ ਹੋਣਗੇ, ਮਿਲ ਕੇ ਚੱਲਣਗੇ ਪਿੰਡਾਂ ਦੇ ਪਿੰਡ, ਤੇ ਜਿਹਨੂੰ ਮਰਜ਼ੀ ਵੋਟ ਪਾਓ, ਉਹਨੂੰ ਨਹੀਂ ਪਾਉਂਦਾ ਤੇ ਉਹਨੂੰ ਭੜਕਾ ਕੇ ਸਾਈਡ ਤੇ ਕਰੋ, ਉਹਨੂੰ ਸੱਜਣੇ ਨੂੰ ਬਾਈਕਾਟ ਕਰੋ। ਪਿੰਡਾਂ ਦੇ ਪਿੰਡ ਇਕੱਠੇ ਹੋਣ ਤੇ ਕਿਹੜਾ ਨੀ ਬੰਦੇ ਦਾ ਪੁੱਤ ਬਣੂ, ਉਹਨਾਂ ਨੂੰ ਖੌਫ ਹੋਊ। ਹੁਣ ਇੱਕ ਘਰ 'ਚ 7 ਜੀ ਆ, 7 ਵੱਖੋ ਬੰਦਿਆਂ ਨੂੰ ਵੋਟਾਂ ਪਾਈ ਜਾਂਦੇ ਆ, ਤੇ ਅਗਲਾ ਕਹਿੰਦਾ, ਉਹ ਕਹਿੰਦਾ ਮੈਨੂੰ ਕਿਉਂ ਤੂੰ ਮੈਨੂੰ ਪਾਈ ਕਿ ਨਹੀਂ ਪਾਈ। ਹੁਣ ਇੱਕ ਪਿੰਡ ਨੇ ਜਦੋਂ 700-800 ਵੋਟ ਪਾਈ ਹੋਏ, ਹੁਣ ਉਹ ਡੱਬਾ ਚੱਕ ਕਰ ਉਹ ਵੀ ਸਾਡੀਆਂ ਵੋਟਾਂ, ਹੁਣ ਤੇ ਪਤਾ ਵੀ ਲੱਗ ਜਾਂਦੀਆਂ ਕਿ ਕਿਹੜੇ ਪਿੰਡ 'ਚ ਕਿੰਨੀ ਵੋਟ ਪਈ ਕਿਹਨੂੰ। ਇਕੱਠੇ ਹੋ ਕੇ ਵੋਟਾਂ ਪਾਓ। ਕਿਉਂ ਨਾ ਐਮਐਲਏ ਤੁਹਾਡੇ ਕੰਮ ਕਰਨ, ਕਿਉਂ ਨਾ। ਆਮ ਇਸੇ ਜਨਾਲੇ ਸਾਈਡ ਤੇ ਮੈਂ ਜਾਂਦਾ, ਲੋਕਾਂ ਦੀਆਂ ਸੜਕਾਂ ਨਹੀਂ ਬਣੀਆਂ, ਇੰਨਾ ਗੰਦਾ ਹਾਲ ਆ, ਕਿਉਂਕਿ ਲੋਕਾਂ ਦੀ ਲੱਕ ਦੀ ਹੱਡੀ ਨਹੀਂ ਹੈਗੀ, ਲੋਕਾਂ ਦਾ ਜ਼ਮੀਰ ਹੀ ਨਹੀਂ ਹੈਗਾ। ਉਹ ਡਿਵੈਲਪਮੈਂਟ ਹੀ ਫਿਰ ਉਸ ਹਿਸਾਬ ਨਹੀਂ ਹੁੰਦੀ। ਤੋ ਇੱਥੇ ਆਪਾਂ ਇਹ, ਮੈਂ ਥੋੜਾ ਜਿਹਾ ਕਥਾ ਤੋਂ ਬਾਹਰ ਚੱਲ ਗਿਆ, ਪਰ ਉਹ ਚੀਜ਼ਾਂ ਸਾਡੇ ਜੀਵਨ 'ਚ ਜੁੜੀਆਂ। ਬਿਲਕੁਲ ਸਹੀ ਹੈ ਜੀ। ਇੱਥੋਂ ਤੱਕ ਸਾਧ ਸੰਗਤ ਜੀ ਦੇ, ਤੁਸੀਂ ਕਿ ਚੋਰ ਐਮਐਲਏ ਨੂੰ ਵੋਟ ਪਾਉਂਦੇ ਜੋ ਨਾ, ਉਹਦੀ ਸਜ਼ਾ ਮਿਲਣੀ ਆ ਤੁਹਾਨੂੰ। 5 ਸਾਲ 5 ਸਾਲ ਤੇ ਮਿਲਣੀ ਨਿਜਰ ਸਾਹਿਬ। ਧਰਮ ਦੇ ਤੌਰ ਤੇ ਵੀ ਆਪਾਂ ਗਲਤ ਆ। ਬਿਲਕੁਲ ਸਹੀ ਹੈ ਜੀ, ਕਿਉਂਕਿ ਆਪਾਂ ਗਲਤ ਬੰਦੇ ਲਾਗੇ ਖਲੋ ਗਏ ਆ। ਧਰਮ ਨਹੀਂ ਬਖਸ਼ਦਾ, ਕਿ ਪਾਵਰ ਦਿੱਤੀ ਉਹਨੂੰ ਆਪਾਂ, ਭਾਵੇਂ ਨਿਜਰ ਸਾਹਿਬ। ਬਿਲਕੁਲ ਸਹੀ ਆ। ਥੋੜੀ ਜਿਹੀ ਪਾਵਰ ਦਿੱਤੀ ਹੈ, ਤੇ ਜੇ ਉਹ ਪਾਪ ਕਰੂਗਾ ਨਾ, ਉਹਦਾ ਜ਼ਿੰਮੇਵਾਰ ਮੈਂ ਹੋਊਂਗਾ। ਬਿਲਕੁਲ ਸਹੀ ਗੱਲ ਆ। ਇਹ ਦੇਖ ਲਓ, ਉਹ ਜਿਹੜੇ ਹੈਗੇ ਆਪਣੇ ਉਹ ਜਿਹੜੇ ਵਾਲਮੀਕੀ ਜੀ ਦੀ ਕਹਾਣੀ, ਇਹੀ ਤਾਂ ਕਹਿੰਦੀ ਆ। ਹਾਂ, ਉਹਦੇ ਲਈ ਪਰਿਵਾਰ ਨਹੀਂ ਕੋਈ ਜ਼ਿੰਮੇਵਾਰ, ਆਪਾਂ ਜ਼ਿੰਮੇਵਾਰ ਆ। ਦੇਖੋ, ਕਿਸੇ ਗਲਤ ਬੰਦੇ ਦਾ ਤੁਸੀਂ ਸੰਤ ਕਹਿ ਕੇ ਪ੍ਰਚਾਰ ਕਰਦੇ ਜੋ, ਇੱਥੇ ਮੈਂ 50 ਬੰਦੇ ਤੁਹਾਨੂੰ ਮਿਲਾ ਦਿੰਦਾ, ਤੁਹਾਡੇ ਪਰਿਵਾਰ 'ਚ ਵੀ ਹੋਣਗੇ। ਜੇ ਉਹ ਗਲਤ ਆ, ਉਹ ਚੋਰ ਆ, ਉਹ ਤੁਹਾਨੂੰ ਕਹਿ ਕਿੱਥੇ ਲੈ ਗਿਆ, ਤੁਹਾਨੂੰ ਨਾਮਦਾਨ ਦਵਾ ਲਿਆ ਨਾ, ਉਸ ਬੰਦੇ ਨੂੰ ਵੀ ਸਜ਼ਾ ਮਿਲਣੀ ਆ। ਕਿਉਂਕਿ ਇਹ ਬੰਦੇ ਨੇ, ਉਹਦੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ, ਇਹਨੇ ਝੂਠਾ ਪ੍ਰਚਾਰ ਕਰਕੇ, ਜਿੱਦਾਂ ਆਪਾਂ ਨਹੀਂ ਕਿ ਏਜੰਟ ਕੋ ਫਸਾ ਦਈਏ ਬੰਦੇ ਨੂੰ, ਉਹ ਬੰਦੇ ਕੁਝ ਹਿੰਮਤ ਹੀ ਨਹੀਂ, ਉਹ ਬੰਦੇ ਨੂੰ ਬਾਹਰ ਹੀ ਨਹੀਂ ਭੇਜਦਾ, ਪੈਸੇ ਖਾ ਲੈਂਦਾ ਵਾ, ਤੇ ਜਾਂ ਉਹਨੂੰ ਕਿਤੇ ਇੱਧਰ ਉੱਧਰ ਭੇਜ ਦਿੰਦਾ ਵਾ, ਤੇ ਉਹ ਏਜੰਟ ਪੂਰਾ ਜ਼ਿੰਮੇਵਾਰ ਹੈ ਉਹਦਾ। ਬਿਲਕੁਲ ਸਹੀ ਹੈ ਜੀ। ਔਰ ਜਿਹਨੇ ਏਜੰਟ ਨੂੰ ਮਿਲਾਇਆ ਵਾ, ਉਹ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਸੋ ਇਹ ਚੀਜ਼ਾਂ ਬੜੀਆਂ ਜੁੜੀਆਂ ਜੀ। ਧਰਮ ਦਾ ਮਤਲਬ ਪਤਾ ਕੀ ਆ, ਤੁਸੀਂ ਆਪਣੀ ਬੁੱਧੀ ਤੋਂ ਇਲਾਵਾ ਕੋਈ ਕੰਮ ਨਹੀਂ ਕਰਨਾ, ਬੁੱਧੀ ਦਾ ਇਸਤੇਮਾਲ ਕਰਨਾ ਹੈ, ਔਰ ਜੀਵਨ ਨੂੰ ਚਲਾਓ, ਕੋਈ ਪ੍ਰੋਬਲਮ ਨਹੀਂ ਆ। ਪਾਣੀ ਦੀ ਕਹਿੰਦੀ ਹੈ, ਜੇ ਤੂੰ ਸੱਜੇ ਬੰਨੇ ਖੱਬੇ ਬੰਨੇ ਜਾਂਦਾ ਵੀ ਆ, ਗਲਤ ਜਗ੍ਹਾ ਚੱਲ ਜਾਂਦਾ, ਤਾਂ ਡੰਡਾ ਮਾਰ ਕੇ ਨੂੰ ਵਾਪਸ ਲੈ, ਇਹ ਕਿਹੜੀ ਗੱਲ ਹੈ। ਪਰ ਜੇ ਤੂੰ ਨਹੀਂ ਮੋੜਿਆ ਨਾ, ਉਹਨੇ ਉਧਰ ਤੁਰੇ ਜਾਣੇ। ਮੇਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹੁਣ ਆਪਾਂ ਵੇਖੀਏ, ਜਿਹੜੇ ਗੁੱਜਰਾਂ ਕੋਲ ਮੱਝਾਂ ਗਾਵਾਂ ਹੁੰਦੀਆਂ ਨੇ, ਤੇ ਕਿੱਦਾਂ ਉਹ ਲਈ ਫਿਰਦੇ ਆ, ਤੇ ਉਹ ਮੱਝਾਂ ਗਾਵਾਂ ਕਿਸਾਨਾਂ ਦੇ ਖੇਤਾਂ 'ਚ ਵੀ ਮੂੰਹ ਮਾਰ ਲੈਂਦੀਆਂ, ਪਰ ਉਹ ਰੋਕਦੇ ਵੀ ਨਹੀਂ, ਇਹ ਨਹੀਂ, ਇਹ ਤੁਹਾਡੇ ਪੱਠੇ ਨਹੀਂ ਹੈਗੇ, ਤੁਸੀਂ ਇੱਥੇ ਨਹੀਂ ਜਾਣਾ, ਤੇ ਉਹ ਰੁਕ ਜਾਂਦੀਆਂ। ਤੇ ਜੇ ਨਹੀਂ ਰੋਕਣ ਤੇ ਜਿੱਥੇ ਮਰਜ਼ੀ ਉਹਨਾਂ ਦੇ, ਫਿਰ ਤੇ ਉਹਨਾਂ ਨੂੰ ਕਿਹਨੇ ਰੋਕਣਾ। ਇਸੇ ਲਈ ਸਾਡਾ ਰੋਕਣ ਦਾ ਤਰੀਕਾ ਇੱਕੋ ਆ, ਸਾਡੇ ਕੋਲ ਬੁੱਧੀ ਆ, ਤੇ ਬੁੱਧੀ ਦੇ ਅਨੁਸਾਰ ਅਸੀਂ ਆਪਣੇ ਮਨ ਨੂੰ ਰੋਕ ਸਕਦੇ ਹਾਂ। ਉਹਨੂੰ ਕਨਵਿੰਸ ਕਰਨਾ, ਤੁਸੀਂ ਉਹਨੂੰ ਸਮਝਾਓ ਵੀ ਦੇਖ, ਇਹ ਚੀਜ਼ ਜਿਹੜੀ ਆ ਸਹੀ ਨਹੀਂ ਹੈਗੀ, ਇਹਦਾ ਰਿਜ਼ਲਟ ਪਤਾ ਮਾੜਾ ਵਾ। ਬਾਣੀ ਤੇ ਖੁਦ ਕਹਿੰਦੀ ਆ, ਤੂੰ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਵਾ, ਤੇ ਤੈਨੂੰ ਜਿੱਦਾਂ ਤੂੰ ਇੱਕ ਸੰਸਾਰੀ ਯਾਤਰਾ ਕਰਨੀ ਹੋਵੇ, ਥੋੜੀ ਬਹੁਤੀ ਤੂੰ ਤਿਆਰੀ ਕਰਦਾ ਵਾ, ਤਾਂ ਤੂੰ ਨੀ ਵੇਖਣ ਦੇ ਸੰਸਾਰ ਸਾਰਾ ਤੇ ਘੁੰਮਣ ਦਿਆ ਵਾ। ਸਮੁੰਦਰ ਚੋਂ ਪਾਣੀ ਨਿਕਲਦਾ ਹੈ ਬੱਦਲਾਂ ਦੇ ਰਾਹੀਂ, ਕਿੱਦਾਂ ਪਹਾੜਾਂ ਤੇ ਪੈਂਦਾ ਹੈ, ਮੀਂਹ ਪੈਂਦਾ ਹੈ, ਫਿਰ ਪਾਣੀ ਕੁਝ ਨਹਿਰਾਂ ਰਾਹੀਂ ਥੱਲੇ ਆ ਜਾਂਦਾ ਹੈ, ਕੁਝ ਪਾਣੀ ਬਰਫ਼ ਬਣ ਜਾਂਦਾ, ਹੌਲੀ ਹੌਲੀ ਪਿਘਲ ਕੇ ਥੱਲੇ ਆਉਂਦਾ। 6 ਮਹੀਨੇ ਹਰ ਚੀਜ਼ ਘੁੰਮ ਰਹੀ ਆ। ਧਰਤੀ ਘੁੰਮ ਕੇ ਫੇਰ ਸ਼ਾਮੀ ਉੱਥੇ, ਧਰਤੀ ਘੁੰਮ ਕੇ ਫੇਰ ਸੂਰਜ ਘੁੰਮ ਕੇ ਫੇਰ ਉੱਥੇ, ਹਰ ਚੀਜ਼ ਘੁੰਮ ਰਹੀ ਆ, ਤੇ ਤੂੰ ਵੀ ਇਸ ਚੱਕਰ ਦੇ ਵਿੱਚ ਫਸਿਆ। ਤੇ ਜੇ ਤੂੰ ਇਹ ਨਹੀਂ ਸੋਚਦਾ, ਬਸ ਠੀਕ ਹੈ, ਉਹ ਤੇਰੀ ਮਰਜ਼ੀ ਹੈ, ਤੈਨੂੰ ਕੋਈ ਜ਼ਬਰਦਸਤੀ ਤੇ ਨਹੀਂ ਕੋਈ ਗਿਆਨ ਕਰਾ ਸਕਦਾ, ਪਰ ਤੂੰ ਉੱਥੇ ਫਸਿਆ, ਤੂੰ ਟ੍ਰੈਪ 'ਚ ਹੈਗਾ ਵਾ। ਜਿੱਦਾਂ ਖੂਹ ਦੀ ਟਿੰਡ ਆ, ਇੱਕ ਉੱਪਰ ਆਈ ਆ ਖਾਲੀ ਹੋਣ ਵਾਸਤੇ, ਦੂਜੀ ਥੱਲੇ ਜਾ ਰਹੀ ਆ ਭਰਨ ਵਾਸਤੇ, ਤੇ ਇਹ ਆਖਰੀ ਟਿੰਡ ਤੋਂ ਬੈਠਾ, ਆਖਰੀ ਬਿਲਕੁਲ ਹੀ ਉੱਥੇ ਟੱਬ ਤੇ ਬੈਠਾ। ਤੂੰ ਖੁਦ ਚਾਹਵੇਂ ਤੇ ਇਸ ਸੰਸਾਰ ਚੋਂ ਮੁਕਤ ਹੋ ਕੇ ਤੂੰ ਬ੍ਰਹਮ ਲੀਨ ਹੋ ਸਕਦਾ, ਬਾਕੀ ਬ੍ਰਹਮ ਨੂੰ ਤਾਂ ਕੋਈ ਕਾਹਲੀ ਨਹੀਂ ਹੈਗੀ। ਇਹ ਸਿਸਟਮ ਹੈਗਾ, ਆਪਾਂ ਆਪਣੇ ਮਨ ਨੂੰ ਸਮਝਾਉਣਾ ਹੈ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਹਾਂ, ਕਹਿੰਦੇ ਜੈਸੇ ਪਨਕਤ ਥਰੂਟਿਟ ਹਾਂਕਤੀ ਸਾਰੇ ਧੋਵਣ ਚਾਲੀ ਲਾਡਲੀ ਰਹਾਓ। ਉਹ ਲਾਡਲਾ ਹੋ ਜਾਂਦਾ ਹੈ ਭਾਈ, ਜਿਹੜਾ ਚੱਲ ਪੈਂਦਾ ਹੈ। ਇਹ ਜਿਹਨੇ ਜਿਹੜਾ ਹੈਗਾ ਇਹ ਲਿਵ ਵਾਲਾ ਰਸਤਾ ਜਿਹੜਾ ਹੈਗਾ ਚੂਜ਼ ਕਰ ਲਿਆ,
ਜਿਹੜਾ ਉਸ ਪਾਸੇ ਆਪਣੇ ਮਨ ਨੂੰ ਮੋੜ ਲਿਆ ਉਹ ਜਿਹੜਾ ਹੈਗਾ ਲਾਡਲਾ ਹੋ ਗਿਆ, ਗੁਰੂ ਦਾ ਪਰਮੇਸ਼ਰ ਦਾ ਲਾਡਲਾ ਹੋ ਗਿਆ ਭਾਈ। ਰਹਾਓ ਧੋਬੀ ਧੋਬੈ ਬਿਰਹਿ ਬਿਰਾਤਾ। ਹੁਣ ਧੋਣਾ ਕਿਵੇਂ ਆ? ਇਹ ਧੋਬੀ ਨੇ, ਇਹ ਮਨ ਨੇ ਕਿਵੇਂ ਧੋਣਾ ਹੈ? ਆਪਣੇ ਆਪ ਮਨ ਨੇ ਹੀ ਕੰਮ ਕਰਨਾ ਹੈ ਭਾਈ। ਇਹ ਮਨ ਹੀ ਮੈਲ ਆ ਆਤਮਾ ਦੇ ਉੱਤੇ, ਆਤਮਾ ਨੂੰ ਮਨ ਹੀ ਚਲਾ ਰਿਹਾ ਹੈ ਜਿਹੜਾ ਹੈਗਾ ਸੁਰਤ ਦੇ ਦੁਆਰਾ। ਧੋਬੀ ਧੋਬੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਕਹਿੰਦੇ ਜਿਹਨੂੰ ਬਿਰਹਿ ਹੋ ਗਿਆ, ਇਹ ਜਿਹੜਾ ਗਿਆਨ ਆ ਗਿਆ ਜਿਹਦੇ ਕੋਲ, ਜਿਹਨੂੰ ਪਤਾ ਲੱਗ ਗਿਆ ਸੱਚਾਈ, ਸੱਚ ਔਰ ਝੂਠ ਦੀ ਪਰਖ ਆ ਗਈ, ਜਿਹਦੇ ਕੋਲ ਬੁੱਧੀ ਨਾਲ ਕੰਮ ਕਰਨ ਲੱਗ ਪਿਆ ਜਿਹੜਾ, ਕਹਿੰਦੇ ਉਹ ਪਰਮੇਸ਼ਰ ਹਰ ਚਰਨ ਮੇਰਾ ਮਨ ਰਾਤਾ। ਉਹਦਾ ਮਨ ਜਿਹੜਾ ਹੈਗਾ ਇਹ ਸ਼ਬਦ ਸੁਰਤ ਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ, ਉਹਦੇ ਧਿਆਨ ਦੇ ਨਾਲ ਉਹਦਾ ਮਨ ਰੱਤਿਆ ਜਾਂਦਾ ਹੈ ਭਾਈ। ਉਹ ਜਿਹੜਾ ਹੈਗਾ ਧੋਂਦਾ ਹੈ ਫਿਰ ਧੋਬੀ। ਉਹ ਆ ਧੋਬੀ। ਇਹ ਆਪਣੇ ਆਪ ਨੂੰ, ਆਪਾਂ ਨੇ ਆਪਣਾ ਕੰਮ ਆਪ ਹੀ ਕਰਨਾ ਹੈ। ਧੋਬੀ ਧੋਵੈ ਬਿਰਹਿ ਬਿਰਾਤਾ, ਹਰ ਚਰਨ ਮੇਰਾ ਮਨ ਰਾਤਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਧੋਬੀ ਜਿਹੜਾ ਵਾ ਉਹਨੇ ਧੋ ਦੇਣਾ। ਹਾਂ, ਹੁਣ ਧੋਬੀ ਦਾ ਕੋਲ ਕੀ, ਸਾਡੇ ਕੋਲ ਬੁੱਧੀ ਗਿਆਨ ਹੈਗਾ। ਹਾਂ, ਗਿਆਨ ਤੇ ਕਮੈਂਟ ਤੇ ਸਾਫ਼ ਕਰ ਦਿੰਦਾ। ਤੁਹਾਡੀ ਦਾਲ ਦੇ ਵਿੱਚ 2-3 ਕੰਕਰ ਹੋਣ, ਕੱਢ ਕੇ ਬਾਹਰ ਰੱਖ ਦਿੰਦਾ ਗਿਆਨ। ਕਹਿੰਦਾ ਵੀ ਪੱਥਰ ਬਾਹਰ ਕੱਢੋ, ਦੰਦ ਥੱਲੇ ਜਾਣਗੇ, ਦੰਦ ਤੋੜ ਦੇਣਗੇ। ਪਰ ਇੱਥੇ ਕਿਉਂ ਨਹੀਂ ਸੋਚਦੇ ਕਿ ਇਹ ਜਿਹੜਾ ਗੰਦਮੰਦ ਆਪਾਂ ਚੱਕ ਰਹੇ ਹਾਂ, ਲਿਆ ਰਹੇ ਹਾਂ ਜ਼ਿੰਦਗੀ 'ਚ, ਇਹਨੇ ਤੇਰਾ ਜ਼ਿੰਦਗੀ ਤੋੜ ਦੇਣੀ ਹੈ, ਤੇਰਾ ਮੁਸ਼ਕਲ ਖੜੀ ਕਰ ਦੇਣੀ ਹੈ। ਤੂੰ ਦਾਲ 'ਚ ਦੇ ਦਾਣੇ ਕੱਢ ਲੈਂਦਾ, ਤੂੰ ਇੱਥੇ ਆਪਣੇ ਕਰਮਾਂ 'ਚ ਕਿਉਂ ਨਹੀਂ ਗੰਦਮੰਦ ਕੱਢਦਾ? ਉੱਥੇ ਤੂੰ ਸੁੱਤਾ ਚੌਲ ਖਾਈ ਜਾਂਦਾ। ਠੀਕ ਹੈ ਨੀ ਜੀ ਸਾਹਿਬ? ਬਿਲਕੁਲ ਸਹੀ ਹੈ ਜੀ। ਗਿਆਨ ਤੁਹਾਡਾ ਵੇਖੋ, ਉਦੋਂ ਪਹਿਲਾਂ ਵੀ ਕਈ ਵਾਰੀ ਕਥਾ ਚੱਲੀ, ਚਲੋ ਅੱਜ ਸੰਗਤ ਵਾਵਾ ਜੁੜੀ ਆ। ਆਪਾਂ ਕੋਈ ਚੀਜ਼ ਖਾਂਦੇ ਆ, ਸਭ ਤੋਂ ਪਹਿਲੀ ਗੱਲ ਤੇ ਸਾਡੀਆਂ ਅੱਖਾਂ ਵੇਖਦੀਆਂ ਉਹਨੂੰ, ਰਾਸ਼ਨ ਨੂੰ। ਪਹਿਲਾਂ ਵੀ ਗੱਲ ਕੀਤੀ, ਅੱਜ ਫਿਰ ਮੈਂ ਕਰ ਦਿੰਦਾ। ਅੱਖਾਂ ਵੇਖਦੀਆਂ ਕਿ ਪਲੇਟ ਖਾਣ ਦੇ ਲਾਇਕ ਚੀਜ਼ ਹੈਗੀ ਆ ਕਿ ਨਹੀਂ ਹੈਗੀ। ਠੀਕ ਹੈ ਜੀ, ਅੱਖਾਂ ਨੇ ਕਹਿਤਾ ਚੀਜ਼ ਸਹੀ ਆ, ਭੁੱਖ ਲੱਗੀ, ਚਲੋ ਖਾ ਲੈਂਦੇ ਆ। ਫਿਰ ਤੁਹਾਡੇ ਹੱਥ ਜਾਂਦੇ ਉਹ ਚੀਜ਼ ਨੂੰ ਫੜਦੇ ਆ। ਹੱਥ ਕਹਿੰਦੇ ਆ ਕਿ ਵੇਖਿਓ ਕੋਈ ਜਿਲਬ ਜੁਲਬ ਤੇ ਨਹੀਂ ਲੱਗੀ, ਕੋਈ ਮਾੜੀ ਚੀਜ਼ ਤੇ ਨਹੀਂ ਹੈਗੀ, ਕੱਚਾ ਕੋਚਾ ਤੇ ਨਹੀਂ ਹੈਗਾ। ਠੀਕ ਹੈ ਜੀ, ਹੱਥ ਕਹਿੰਦੇ ਸਹੀ ਹੈ ਜੀ। ਫਿਰ ਮੂੰਹ ਦੇ ਲਾਗੇ ਲਿਆਈਦਾ। ਤੁਹਾਡੀਆਂ ਨਾਸਾਂ ਦੱਸਦੀਆਂ ਕਿ ਕਿਤੇ ਬਦਬੂਤ ਨਹੀਂ ਆਉਂਦੀ। ਅੱਜ ਅਸੀਂ ਰੋਟੀ ਖਾਂਦੇ ਹਾਂ, ਦਾਲ ਠੀਕ ਸੀ ਤੇ ਸਬਜ਼ੀ ਚੋਂ ਸਮੈਲ ਆਉਂਦੀ। ਜਦੋਂ ਮਤਲਬ ਕਿ ਸਾਡੀ ਸਮੈਲ ਰਲੀ, ਸਾਡੀ ਇੰਦਰੀ ਨੇ ਦੱਸਿਆ ਕਿ ਇਹ ਸਬਜ਼ੀ ਖਾਣ ਦੇ ਲਾਇਕ ਨਹੀਂ। ਅਜੇ ਤੱਕ ਮੌਕਾ ਹੈਗਾ, ਛੋੜ ਦੇ ਨੂੰ, ਪੁਰਾਣੀ ਹੈ ਸਬਜ਼ੀ, ਛੋੜ ਦੇ। ਪਰ ਚਲੋ ਨਾਸਾਂ 'ਚ ਮੰਨ ਲਓ ਕਿ ਸੀਣ ਸੁਣ ਫਸਿਆ, ਨਹੀਂ ਪਤਾ ਲੱਗਾ, ਜ਼ਬਾਨ ਤੇ ਰੱਖ ਲਈਏ। ਜ਼ਬਾਨ ਵੀ ਦੱਸਦੀ ਹੈ ਇਹ ਚੀਜ਼ ਸਹੀ ਨਹੀਂ ਹੈ, ਖਾਣ ਦੇ ਲਾਇਕ ਹੈ, ਛੋੜ ਦੇ। ਆਪ ਜਸਟ ਦੇਖੋ, ਜੇ ਤੁਸੀਂ ਜ਼ਬਰਦਸਤੀ ਨਿਗਾਹ ਵੀ ਲਈ ਨਾ, ਤੁਹਾਡੇ ਢਿੱਡ ਨੇ ਉਹਨੂੰ ਉਲਟੀ ਦੇ ਰਾਹੀਂ ਬਾਹਰ ਕੱਢ ਦੇਣਾ। ਨਿੱਜਰ ਸਾਹਿਬ ਸੱਚ ਹੈ, ਬਿਲਕੁਲ ਸਹੀ ਹੈ। ਦੇਖੋ ਬੱਚਿਆਂ ਨੂੰ ਕੋਈ ਗਲਤ ਗੁਲਤ ਚੀਜ਼ ਖਾ ਲੈਂਦੀ, ਉਲਟੀ ਆ ਕੇ ਨਾਲ ਹੀ ਢਿੱਡ ਖਾ ਲੈ। ਕੁਦਰਤ ਨੇ ਇੰਨਾ ਮੈਕੈਨਿਜ਼ਮ ਬਣਾਇਆ, ਪਰ ਕਰਮ ਕਰਨ ਲੱਗੇ ਆਪਾਂ ਕਿਤੇ ਨਹੀਂ ਸੋਚਦੇ। ਨਿੱਜਰ ਸਾਹਿਬ ਇਹ ਤੇ ਇੰਨੀ ਫਿਲਟਰੇਸ਼ਨ ਆ, ਇੰਨੀ ਸੱਚਾਈ ਆਉਂਦੀ ਆ। ਉੱਥੇ ਕਿਉਂ ਨਹੀਂ ਆਪਾਂ ਬੁੱਧੀ ਦਾ ਇਸਤੇਮਾਲ ਕਰਦੇ? ਉੱਥੇ ਫਿਰ ਬੁੱਧੀ ਵੀ ਆਉਂਦੀ ਆ, ਆਪਾਂ ਕਹਿੰਦੇ ਵੀ ਨਾ ਤੈਨੂੰ ਕੁਛ ਨਹੀਂ ਪਤਾ। ਇਹ ਜੋ ਬਾਬਾ ਕਹਿ ਰਿਹਾ ਨਾ, ਦੇਖ ਉਹਨੇ ਬੜਾ ਸਹੀ ਤਰੀਕੇ ਨਾਲ ਸਮਝਾਤਾ ਵਾ। ਹੁਣ ਇੱਥੇ ਕੋਈ ਮਤਲਬ ਵਿਚਾਰ ਨਹੀਂ ਕਰਨੀ, ਬਿਲਕੁਲ ਤੂੰ ਨਾ ਬੋਲ। ਉਹ ਵਿਚਾਰੀ ਕਹਿੰਦੀ ਆ ਬਈ ਇਹ ਤੇ ਪੱਥਰ ਹੈਗਾ, ਕਿੱਥੇ ਮੱਥਾ ਟਿਕਾਈ ਜਾਂਦਾ ਮੈਨੂੰ। ਤੇ ਆਪਾਂ ਕਹਿੰਦੇ ਨਹੀਂ, ਪੱਥਰ ਨਹੀਂ ਹੈਗਾ, ਬਾਬਾ ਹੈਗਾ, ਬਾਬੇ ਦੀ ਮੂਰਤੀ ਹੈ। ਉਹ ਕਹਿੰਦੇ ਜੀ ਇੱਥੇ ਤੇ ਪਾਣੀ ਹੈਗਾ, ਘਰੇ ਵੀ ਤੇਰੇ ਉਹੀ ਬਾਲਟੀ ਦਾ ਪਾਣੀ ਨਹੀਂ। ਆਪਾਂ ਕਹਿੰਦੇ ਨਹੀਂ, ਇਹ ਪਾਣੀ ਫਰਕ ਹੈਗਾ, ਇਹ ਤੇ ਪਾਣੀ ਸਾਰਾ, ਇਹ ਤੇ ਪਵਿੱਤਰ ਪਾਣੀ ਹੈ। ਉਹ ਕਹਿੰਦੀ ਭਲਿਆ ਮਾਨਸਾ, ਜਿਹੜਾ ਪਵਿੱਤਰ ਪਾਣੀ ਆ ਕਿੱਥੋਂ ਆਇਆ? ਆਪਾਂ ਕਹਿੰਦੇ ਸਮੁੰਦਰ ਚੋਂ ਆਇਆ। ਨਹੀਂ, ਆਪਾਂ ਕਹਿੰਦੇ ਧਰਤੀ ਚੋਂ ਕੱਢਿਆ। ਧਰਤੀ 'ਚ ਪਾਣੀ ਕਿੱਥੋਂ ਆਇਆ? ਆਪਾਂ ਕਹਿੰਦੇ ਸਮੁੰਦਰ ਚੋਂ ਆਇਆ। ਕਹਿੰਦੇ ਗੰਗਾ ਦਾ ਪਾਣੀ ਉਹ ਵੀ ਸਮੁੰਦਰ ਚੋਂ ਆਇਆ। ਕਹਿੰਦੇ ਪਾਣੀ ਤੇ ਸੇਮ ਹੈ ਨਾ ਨਿੱਜਰ ਸਾਹਿਬ? ਬਿਲਕੁਲ, ਬੁੱਧੀ ਕਹਿੰਦੀ ਹੈ। ਪਰ ਆਪਾਂ ਕਹਿੰਦੇ ਨਹੀਂ ਤੂੰ ਇਹ ਨਾ ਕੰਮ ਕਰ, ਇਹ ਪਾਪ ਹੈ। ਉਹ ਕਹਿੰਦੀ ਕਾਹਦਾ ਪਾਪ ਹੈ? ਉਹ ਵੀ ਪਾਣੀ, ਇਹ ਵੀ ਪਾਣੀ, ਸੇਮ ਪਾਣੀ। ਪਰ ਆਪਾਂ ਉਹਨੂੰ ਚੁੱਪ ਕਰਾ ਦਿੰਦੇ ਹਾਂ। ਇਹ ਦੇਖੋ ਬੁੱਧੀ ਬਹੁਤ ਪਾਵਰਫੁਲ ਹੈ ਤੁਹਾਡੀ। ਤੁਹਾਨੂੰ ਬਚਾਉਣਾ ਚਾਹੁੰਦੀ ਆ। ਤੁਹਾਨੂੰ ਕੋਈ ਚੰਗੀ, ਤੁਹਾਡੀ ਅੱਖ, ਆਪਣੀ ਅੱਖ ਦੇ ਲਾਗੇ ਉਂਗਲ ਖੜੋ ਤਾਂ ਵੀ ਅੱਖ ਬੰਦ ਹੋ ਜਾਂਦੀ ਹੈ। ਤੁਹਾਡੀ ਅੱਖ ਤੇ ਵੀ ਯਕੀਨ ਨਹੀਂ ਉਹਨੂੰ। ਉਹ ਕਹਿੰਦੀ ਹੈ ਕਿ ਨਹੀਂ, ਇਹ ਉਂਗਲ ਜਿਹੜੀ ਹੈ ਭਾਵੇਂ ਕੀਤਾ ਨਿਸ਼ਾਨੀ ਨਾ ਕਰਦੇ ਬੰਦ। ਤੁਹਾਡੀ ਵੇਖੋ ਆਪਣੀ ਅੱਖ ਲੱਗ ਕੇ ਆਪਣੀ ਉਂਗਲ ਖੜੋ। ਤੁਹਾਡੀ ਬੁੱਧੀ ਨੇ ਕਹਿ ਦੇਣਾ ਨਹੀਂ ਭਾਵੇਂ ਮੇਰੀ ਉਂਗਲ ਆ, ਪਰ ਮੈਨੂੰ ਤੇ ਸ਼ੱਕ ਹੈਗਾ। ਬਿਲਕੁਲ, ਆਪ ਜਸਟ ਸੋਚੋ। ਤੇ ਪਰ ਜਦੋਂ ਇਹੋ ਜਿਹੇ ਕੰਮ ਦੇ ਤੁਰਦੇ ਧਰਮ ਦੇ, ਤੇ ਆਪਾਂ ਕਹਿੰਦੇ ਨਾ ਵੀ ਨਾ, ਤੂੰ ਨਾ ਬੋਲ, ਬਸ ਤੂੰ ਕੁਛ ਨਾ ਕਹਿ।
ਆਪਾਂ ਕਰਦੇ ਹਾਂ ਸਾਰਾ ਕੁਛ। ਉਹ ਰੌਲਾ ਪਾਉਂਦੀ, ਉਹ ਕਹਿੰਦੀ ਬਈ ਲੌਜਿਕਲੀ ਗੱਲ ਕਰ, ਸਿੱਧੀ ਐਵੇਂ ਮੈਂ ਨਹੀਂ ਇਹ ਚੀਜ਼ਾਂ ਤੋਂ ਮੰਨਦੀ। ਤੇ ਆਪਾਂ ਵਿਚਾਰੀ ਨੂੰ ਕਮਜ਼ੋਰ ਕਰ ਦਿੰਦੇ, ਨਾ ਨਾ ਇਹਨੂੰ ਨਹੀਂ। ਫਿਰ ਆਖਰ ਤੇ ਕਹਿੰਦੇ ਸ਼ੱਕ ਨਹੀਂ ਕਰੀਦਾ, ਤੂੰ ਐਵੇਂ ਰਹਿਣ ਦੇ। ਪਰ ਬੁੱਧੀ ਕਹਿੰਦੀ ਨਹੀਂ, ਸ਼ੱਕ ਤੇ ਮੇਰਾ ਸੁਭਾਅ ਆ, ਮੈਂ ਚੀਜ਼ ਨੂੰ ਪਰਖਾਂਗੀ। ਤੇ ਇਹ ਗੱਲਬਾਤ ਹੈਗੀ ਨੇ। ਜੈਸਾ ਅੱਗੇ ਚੱਲੀਏ। ਹਾਂ, ਪੰਡਤ ਨਾਮਦੇਵ ਰਮ ਰਿਹਾ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਕੋਈ ਰੂਪ ਰੇਖ ਰੰਗ ਕੁਛ ਨਹੀਂ ਹੈਗਾ। ਉਹ ਸਾਰਿਆਂ ਦੇ ਹਰ ਜਗ੍ਹਾ ਤੇ ਹੈਗਾ, ਹਰੇਕ ਦੇ ਵਿੱਚ ਹੈਗਾ, ਹਰੇਕ ਜਗ੍ਹਾ ਤੇ ਪੂਰੀ ਤਰ੍ਹਾਂ ਰਮਿਆ ਹੋਇਆ ਹੈ ਮਾਲਕ ਪਰਮਾਤਮਾ। ਜੇ ਤੂੰ ਉਹਦੇ ਵੱਲ ਨੂੰ ਚੱਲ ਪਿਆ ਪਿਆਰਿਆ, ਉਹਨੇ ਮਿਹਰ ਕਰ ਦੇਣੀ ਹੈ ਤੇਰੇ ਉੱਤੇ, ਉਹਨੇ ਆਪਣੇ ਆਪ ਹੈਲਪ ਕਰ ਦੇਣੀ ਹੈ। ਪੰਡਤ ਨਾਮਦੇਵ ਰਮ ਰਿਹਾ ਆਪਣੇ ਭਗਤ ਪਰ ਕਰ ਦਿਆ। ਉਹਨੇ ਤਾਂ ਜੇ ਬਸ ਤੂੰ ਭਗਤੀ ਕਰਨੀ ਸ਼ੁਰੂ ਕਰ ਦੇ, ਅੱਗੇ ਦੀ ਕਾਰਵਾਈ ਮਾਲਕ ਨੇ ਆਪੇ ਕਰ ਦੇਣੀ ਹੈ। ਉਹ ਤਾਂ ਚਾਹੁੰਦਾ ਹੀ ਇਹੀ ਹੈ, ਉਹ ਤਾਂ ਬੈਠਾ ਹੀ ਇਸੇ ਵਾਸਤੇ ਆ। ਉਹਨੇ ਆ ਦੁਕਾਨ ਜਿਹੜੀ ਆ ਲਾਈ ਇਸੇ ਵਾਸਤੇ ਆ ਭਾਈ, ਆਹੀ ਕੰਮ ਦੇ ਵਾਸਤੇ ਦੁਕਾਨ ਲਾਈ ਹੋਈ ਹੈ ਮਾਲਕ ਨੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਬਈ ਪ੍ਰਕਿਰਤੀ ਚ ਦੇਖੋ ਆਪਣੇ ਤੇ ਨਜ਼ਰ ਰੱਖ ਕੇ ਬੈਠਾ ਹੋ। ਵੇਖਦੇ ਆ ਹਾਂ ਕਥਾ ਵੀ ਸੁਣਦਾ ਪਿਆ। ਹੁਣ ਇਹਦੇ ਬਾਵਜੂਦ ਵੀ ਆਪਾਂ ਜੇਕਰ ਆਪਾਂ ਉਹਦੇ ਵੱਲ ਬੈਕ ਕਰ ਲੈਂਦੇ ਹਾਂ, ਉਹਦੇ ਲਈ ਪਿੱਠ ਕਰ ਲੈਂਦੇ ਹਾਂ, ਤਾਂ ਆਪਾਂ ਗਲਤ ਸਾਈਡ ਤੇ ਤੁਰਦੇ ਹਾਂ। ਤੇ ਫਿਰ ਉਹ ਚੀਜ਼ ਵਧੀਆ ਥੋੜੀ ਹੈ, ਪਰ ਬੰਦਾ ਏਦਾਂ ਹੀ ਕਰਦਾ, ਬੰਦਾ ਥੋੜੀ ਪਰਵਾਹ ਕਰਦਾ। ਫਿਰ ਬਾਣੀ ਕਹਿੰਦੀ ਹੈ ਹਮ ਦੇਖੇ ਤੈ ਡੁੱਬੇ ਆਲੇ, ਪੂਰਾ ਦੇ ਪੂਰੇ ਡੁੱਬ ਜਾਂਦੇ ਆ। ਪਰ ਕੁਦਰਤ ਫਿਰ ਕੀ ਕਹਿੰਦੀ ਹੈ? ਕੁਦਰਤ ਕਹਿੰਦੀ ਵੀ ਤੇਰਾ ਡਿਸੀਜਨ ਹੈ, ਮੈਂ ਕੀ ਕਰ ਸਕਦੀ, ਕੋਈ ਜ਼ਬਰਦਸਤੀ ਥੋੜੀ ਹੈ। ਉਹ ਤਾਂ ਆਪਣੀ ਮਰਜ਼ੀ ਆ। ਪ੍ਰਕਿਰਤੀ ਨੂੰ ਕੋਈ ਜਲਦੀ ਨਹੀਂ, ਪਰ ਪ੍ਰਕਿਰਤੀ ਜਦੋਂ ਸਾਨੂੰ ਰੋਕਦੀ ਨਹੀਂ, ਨਾ ਤੇ ਚੰਗਾ ਕੰਮ ਕਰਨ ਤੋਂ ਰੋਕਦੀ ਹੈ ਤੇ ਨਾ ਹੀ ਨਜਸਾ ਬੁਰਾ ਕੰਮ ਕਰਨ ਤੋਂ ਰੋਕਦੀ। ਇਹ ਸਾਡੀ ਮਰਜ਼ੀ ਹੈ। ਜੀਵ ਖੁਦ ਆਪਣੇ ਕਰਮਾਂ ਦਾ ਖੁਦ ਜ਼ਿੰਮੇਵਾਰ ਹੈ। ਜੇ ਪ੍ਰਕਿਰਤੀ ਰੋਕਦੀ ਵੀ ਹੈ ਤੇ ਫਿਰ ਪ੍ਰਕਿਰਤੀ ਜ਼ਿੰਮੇਵਾਰ ਹੈ, ਨਾ ਕਿ ਤੂੰ। ਬਿਲਕੁਲ ਸਹੀ ਗੱਲ। ਹਾਂਜੀ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਮਾਲਕ ਜਿਹੜਾ ਹੈਗਾ ਪਰਮਾਤਮਾ ਨੇ, ਦੋਨੋਂ ਪਾਸੇ ਪਰਮਾਤਮਾ ਨੇ ਜਦ ਉਹ ਗੇਮ ਪਰਪਸਲੀ ਪਾਈ ਹੋਈ ਆ, ਤੇ ਉਹ ਕਿਉਂ ਰੋਕੂਗਾ ਉਹਦੇ ਉਧਰੋਂ ਜਾਣ ਵਾਸਤੇ? ਇਹ ਤਾਂ ਫਿਰ ਪਾਰਸ਼ਲਿਟੀ ਹੋ ਗਈ। ਕਿਸੇ ਨੂੰ ਰੋਕ ਰਿਹਾ, ਕਿਸੇ ਨੂੰ ਇੱਧਰ ਨੂੰ ਲਾ ਰਿਹਾ, ਫਿਰ ਤਾਂ ਪਾਰਸ਼ਲਿਟੀ ਹੋ ਗਈ। ਇਹ ਤਾਂ ਬਿਲਕੁਲ ਫੇਅਰ ਗੇਮ ਹੈਗੀ, ਬਿਲਕੁਲ ਪਾਰਸ਼ਲਿਟੀ ਨਹੀਂ ਹੈਗੀ ਭਾਈ। ਆਪਣੇ ਬਿਲਕੁਲ ਫ੍ਰੀ ਹੈਗੇ ਆ ਆਪਾਂ, ਜੋ ਕਰਾਂਗੇ ਆਪਾਂ ਜ਼ਿੰਮੇਵਾਰ ਹੈਗੇ ਆ। ਹਾਂਜੀ ਵੀਰ ਜੀ, ਠੀਕ ਹੈ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਵੀਰ ਜੀ ਬਿਲਕੁਲ। ਉਹ ਅਰਦਾਸਾਂ ਕਰ ਦੇਣਾ ਜੀ। ਇੱਕ ਉਹ ਬੱਚੇ ਦੀ ਅਰਦਾਸ ਕਹਿ ਰਹੇ ਸੀਗੇ, ਤੇ ਇੱਕ ਹੋਰ ਬੀਬੀ ਦੀ ਸਿਹਤ ਦੀ ਅਰਦਾਸ ਕਰਨੀ ਸੀਗੀ। ਉਹਦੇ ਸਪਾਈਨਲ ਡਿਸਕ ਦੀ ਪ੍ਰੋਬਲਮ ਹੈਗੀ, ਤੇ ਥੋੜਾ ਜਿਹਾ ਹੋਰ ਤੁਸੀਂ ਕਹਿ ਰਹੇ ਸੀ ਜਿਹੜੀ। ਹਾਂਜੀ ਹਾਂ, 2-3 ਅਰਦਾਸਾਂ। ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੈ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੇ। ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰੋ। ਇਹਨਾਂ ਨੂੰ ਸਮੱਤ ਬਖਸ਼ੋ, ਦੇਹ ਰੋਗਤਾ ਬਖਸ਼ੋ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ, ਨਾਮਦਾਨ ਬਖਸ਼ੋ ਮੇਰੇ ਪਿਤਾ। ਇੱਕ ਮੇਰੇ ਪਿਤਾ ਅਰਦਾਸ ਆਈ ਆ, ਇੱਕ ਭਰਾ ਆਪਣੇ ਰਿਸ਼ਤੇਦਾਰਾਂ ਦੀ ਅਰਦਾਸ ਕਰਾ ਰਿਹਾ। ਉਹ ਕਹਿੰਦੇ ਨੇ ਕਿ ਮੇਰੇ ਕਿਸੇ ਪਰਿਵਾਰ ਕੋਈ ਜੀ ਠੀਕ ਨਹੀਂ ਹੈ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਪਿਤਾ। ਇੱਕ ਮਾਤਾ ਆਪਣੇ ਬੱਚੇ ਦੀ ਅਰਦਾਸ ਕਰਾ ਰਹੀ ਹੈ, ਮੇਰੇ ਪਿਤਾ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਉਹਨਾਂ ਦੀ ਜਿਹੜੀ ਬੱਚੇ ਦੀ ਬੁੱਧੀ ਹੈ ਉਹ ਸਹੀ ਤਰੀਕੇ ਨਾਲ ਕੰਮ ਕਰੇ, ਤਾਂ ਜੋ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾ ਸਕੇ। ਇੱਕ ਅਰਦਾਸ ਹੋ ਰਹੀ ਹੈ ਮੇਰੇ ਪਿਤਾ ਜੀ, ਉਹਨਾਂ ਨੂੰ ਆਪ ਤੰਦਰੁਸਤੀ ਬਖਸ਼ੋ, ਦੇਹ ਨਿਰੋਗਤਾ ਬਖਸ਼ੋ ਮੇਰੇ ਮਾਲਿਕ। ਜੋ ਕਮੀ ਪੇਸ਼ੀ ਹੈ ਆਪ ਜਾਣੀ ਜਾਣ, ਜੋ ਆਪ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਮੁਕਤ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।